ਤਰੀਕ ਨੂੰ ਇੰਗਲਿਸ਼ ਦਾ ਪੇਪਰ। ਤਾਂ ਇਸ ਵੀਡੀਓ ਦੇ ਵਿੱਚ ਇੱਕ ਇਹ ਸੈਂਪਲ ਪੇਪਰ ਫੁੱਲੀ ਸੋਲਵਡ ਅਸੀਂ ਕਰ ਲਿਆ ਵਾ ਤੇ ਤੁਹਾਡੀ ਤਿਆਰੀ ਕਰਾ ਦਿੰਦੇ ਹਾਂ। 3 ਘੰਟੇ ਦਾ ਸਮਾਂ ਮਿਲੇਗਾ, 80 ਨੰਬਰ ਦਾ ਪੇਪਰ ਆਉਣਾ ਵਾ। ਸਭ ਤੋਂ ਪਹਿਲਾਂ ਦੇਖ ਲਓ ਸੈਕਸ਼ਨ ਏ ਆ ਰੀਡਿੰਗ ਕੰਪਰੀਹੈਂਸ਼ਨ ਆ, ਇਹ ਪੈਰਾ ਪੜ੍ਹ ਕੇ ਜਿਹੜਾ ਹੈਗਾ ਥੱਲੇ ਤੁਸੀਂ ਫਿਰ ਇਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਦੇਣੇ ਹਨ। ਤਾਂ ਦੋਸਤੋ ਤੁਸੀਂ 2 ਮਿੰਟ ਲਈ ਸਕਰੀਨ ਨੂੰ ਰੁਕੋ ਤੇ ਆ ਇੱਥੋਂ ਤੋਂ ਲੈ ਕੇ ਇੱਥੇ ਤੱਕ ਪੈਰੇ ਨੂੰ ਪੜ੍ਹ ਲਓ, ਜਦ ਤੱਕ ਮੈਂ ਵੀ ਪੜ੍ਹ ਲੈਣਾ ਕਿ ਕੀ ਲਿਖਿਆ। ਤਾਂ ਦੋਸਤੋ ਮੈਂ ਪੜ੍ਹ ਲਿਆ ਵਾ, ਇਹਦੇ ਵਿੱਚ ਮਤਲਬ ਇਹੀ ਲਿਖਿਆ ਹੋਇਆ ਵਾ ਕਿ ਜਿਹੜੀਆਂ ਛੁੱਟੀਆਂ ਮਨੋਰੰਜਨ ਅਤੇ ਮਨੋਰੰਜਨ ਦੀਆਂ ਜਿਹੜੀ ਹੈਗੀ ਵਿਸਤ੍ਰਿਤ ਮਿਆਦ ਹੈ। ਸਾਨੂੰ ਕਦੇ ਵੀ ਸਕੂਲੀ ਵਿਦਿਆਰਥੀਆਂ ਨੂੰ ਇਹ ਯਕੀਨ ਨਹੀਂ ਦਿਵਾਉਣਾ ਪੈਂਦਾ ਹੈ ਕਿ ਜ਼ਿੰਦਗੀ ਵਿੱਚ ਛੁੱਟੀਆਂ ਜ਼ਰੂਰੀ ਹਨ। ਉਹ ਹਮੇਸ਼ਾ ਉਤਸ਼ਾਹ ਅਤੇ ਖੁਸ਼ੀ ਨਾਲ ਦੋਸਤੋ ਛੁੱਟੀਆਂ ਦਾ ਸਵਾਗਤ ਕਰਦੇ ਹਨ। ਅਸਲ ਵਿੱਚ ਉਹਨਾਂ ਨੂੰ ਕੰਮ ਅਤੇ ਅਧਿਐਨ ਦੀ ਮਹੱਤਤਾ ਬਾਰੇ ਯਕੀਨ ਦਿਵਾਉਣਾ ਵਧੇਰੇ ਮੁਸ਼ਕਿਲ ਹੋਵੇਗਾ, ਪਰ ਅਸੀਂ ਛੁੱਟੀਆਂ ਦੇ ਮੁੱਲ ਨੂੰ ਘੱਟ ਨਹੀਂ ਸਮਝ ਸਕਦੇ। ਜਦੋਂ ਉਹ ਨਿਯਮਤ ਅੰਤਰਾਲਾ ਜਿਹੜਾ ਹੈਗਾ ਵਾ ਹੁੰਦੀਆਂ ਹਨ ਤਾਂ ਉਹ ਰੂਟੀਨ ਦੇ ਕੰਮ ਤੋਂ ਛੁੱਟੀ ਲੈਣ ਵਿੱਚ ਮਦਦ ਕਰਦੇ ਹਨ। ਠੀਕ ਹੈ, ਤਾਂ ਮਤਲਬ ਇਹੀ ਇਹਦੇ ਵਿੱਚ ਲਿਖਿਆ ਹੋਇਆ ਵਾ ਕਿ ਲਗਾਤਾਰ ਕੰਮ ਕਿਸੇ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਠੀਕ ਹੈ, ਘਬਰਾਹਟ ਦਾ ਜਿਹੜਾ ਕਾਰਨ ਬਣ ਸਕਦਾ ਹੈ। ਇੱਕ ਛੋਟੀ ਛੁੱਟੀ ਜੇਕਰ ਅਸੀਂ ਜਿਹੜਾ ਹੈਗਾ ਸਹੀ ਢੰਗ ਨਾਲ ਵਰਤੀ ਜਾਂਦੀ ਹੈ ਤਾਂ ਸਾਨੂੰ ਨਵੇਂ ਜੋਸ਼ ਅਤੇ ਜੋਸ਼ ਨਾਲ ਜਿਹੜਾ ਕੰਮ ਕਰਨ ਲਈ ਜਿਹੜਾ ਹੈਗਾ ਵਾਪਸ ਭੇਜ ਦੇਵੇਗੀ। ਤੇ ਮਤਲਬ ਇਹੀ ਮਤਲਬ ਇਹਦੇ ਵਿੱਚ ਲਿਖਿਆ ਹੋਇਆ ਦੋਸਤੋ। ਹੋਰ ਬਾਕੀ ਦੇ ਵਿੱਚ ਇੰਪੋਰਟੈਂਟ ਇਹ ਲਿਖਿਆ ਹੈ ਕਿ ਛੁੱਟੀਆਂ ਚੰਗੇ ਨਾਲੋਂ ਜ਼ਿਆਦਾ ਨੁਕਸਾਨ ਪਹੁੰਚਾਉਂਦੀਆਂ ਹਨ। ਠੀਕ ਹੈ, ਕਮਰੇ ਵਿੱਚ ਬੰਦ ਕਰਕੇ ਦੋਸਤੋ ਬਿਤਾਉਂਦਾ ਹੈ। ਅਗਰ ਕੋਈ ਦੋਸਤੋ ਆਪਣਾ ਜਿਹੜਾ ਹੈਗਾ ਸਾਰਾ ਸਮਾਂ ਜਿਹੜਾ ਕਮਰੇ ਵਿੱਚ ਬੰਦ ਕਰਕੇ ਬਿਤਾਉਂਦਾ ਹੈ ਤਾਂ ਛੁੱਟੀਆਂ ਚੰਗੇ ਨਾਲੋਂ ਜ਼ਿਆਦਾ ਨੁਕਸਾਨ ਕਰਦੀਆਂ ਹਨ। ਛੁੱਟੀਆਂ ਨੂੰ ਸੱਚਮੁੱਚ ਦੋਸਤੋ ਫਲਦਾਇਕ ਬਣਾਉਣ ਲਈ ਕਿਸੇ ਨੂੰ ਜਿਹੜਾ ਹੈਗਾ ਪੇਂਡੂ ਖੇਤਰਾਂ ਦੀ ਸ਼ੁੱਧ ਹਵਾ ਦਾ ਆਨੰਦ ਲੈਂਦੇ ਹੋਏ ਨਿਯਮਿਤ ਘੰਟੇ ਸੋਣਾ ਅਤੇ ਦੋਸਤੋ ਖੇਡਣਾ ਚਾਹੀਦਾ ਹੈ। ਤਾਂ ਹੁਣ ਦੋਸਤੋ ਪ੍ਰਸ਼ਨ ਦੇਖ ਲੈਂਦੇ ਹਾਂ ਕਿ ਪਹਿਲਾ ਪ੍ਰਸ਼ਨ ਕੀ ਨਿਕਲ ਕਰ ਆ ਰਿਹਾ ਵਾ। ਅਕੋਰਡਿੰਗ ਟੂ ਦਾ ਪੈਸੇਜ ਵਟ ਆਰ ਦਾ ਸਟੂਡੈਂਟਸ ਸਰਟੇਨ ਅਬਾਊਟ। ਠੀਕ ਹੈ ਜੀ, ਤਾਂ ਮਤਲਬ ਕਿ ਇਹਦਾ ਹਵਾਲੇ ਮਤਲਬ ਆਹ ਜਿਹੜਾ ਪੈਰਾ ਦਿੱਤਾ ਹੋਇਆ ਇਸ ਅਨੁਸਾਰ ਵਿਦਿਆਰਥੀ ਕਿਸ ਚੀਜ਼ ਬਾਰੇ ਜਿਹੜੇ ਹੈਗੇ ਆ ਨਿਸ਼ਚਿਤ ਹਨ। ਤਾਂ ਦੋਸਤੋ ਉਹ ਨਿਸ਼ਚਿਤ ਹਨ ਕਿ ਹੌਲੀਡੇ ਆਰ ਐਕਸਾਈਟਿੰਗ, ਯਾਨੀ ਕਿ ਦੋਸਤੋ ਛੁੱਟੀਆਂ ਕਿਹੜੀਆਂ ਨੇ ਦਿਲਚਸਪ ਹਨ। ਤਾਂ ਇਹ ਜਿੱਥੇ ਤੱਕ ਮੈਨੂੰ ਲੱਗਦਾ ਸੀਗਾ ਕਿ ਇਹੀ ਆਨਸਰ ਆਊਗਾ। ਠੀਕ ਹੈ ਜੀ, ਪਹਿਲਾ ਬੀ ਆਪਸ਼ਨ ਇਸ ਦਾ ਕਰੈਕਟ ਹੋਏਗਾ। ਅਗਰ ਤੁਹਾਨੂੰ ਲੱਗਦਾ ਕਿ ਕੋਈ ਹੋਰ ਹੋਣਾ ਚਾਹੀਦਾ ਵਾ ਤਾਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਦੱਸ ਦਿਓ। ਠੀਕ ਹੈ ਜੀ, ਕਿ ਇਹ ਹੋਣਾ ਚਾਹੀਦਾ ਜਾਂ ਫਿਰ ਇਹ ਹੋਣਾ ਚਾਹੀਦਾ ਜਾਂ ਫਿਰ ਇਹ ਹੋਣਾ ਚਾਹੀਦਾ। ਅਗਰ ਤੁਹਾਨੂੰ ਲੱਗਦਾ ਕਿ ਕੋਈ ਹੋਰ ਹੋਣਾ ਚਾਹੀਦਾ ਤੇ ਰੀਜ਼ਨ ਵੀ ਦੱਸਿਓ ਕਿਉਂ ਬਈ ਦੂਸਰਾ ਕਿਉਂ ਹੋਣਾ ਚਾਹੀਦਾ ਵਾ। ਮੈਨੂੰ ਜਿੱਥੇ ਤੱਕ ਲੱਗਦਾ ਕਿ ਬੀ ਆਪਸ਼ਨ ਹੋਏਗਾ। ਅੱਗੇ ਹੈ ਦੋਸਤੋ ਦੂਸਰਾ ਪ੍ਰਸ਼ਨ ਕਿ ਹੌਲੀਡੇ ਡੂ ਨਾਟ ਹੈਲਪ ਟੂ। ਠੀਕ ਹੈ ਜੀ, ਯਾਨੀ ਕਿ ਬਈ ਜਿਹੜਾ ਆਪਣਾ ਛੁੱਟੀਆਂ ਇਹਨਾਂ ਲਈ ਮਦਦ ਨਹੀਂ ਕਰਦੀਆਂ। ਕਿਹਨਾਂ ਦੇ ਲਈ? ਤਾਂ ਦੋਸਤੋ ਇੰਜਰਸ ਵਨ ਹੈਲਥ। ਠੀਕ ਹੈ, ਮਤਲਬ ਦੋਸਤੋ ਕੀ ਹੈ ਇਹਦਾ ਕਿ ਬਈ ਜਿਹੜੇ ਦੋਸਤੋ ਕੀ ਹੈ ਕਿਸੇ ਮਤਲਬ ਕਿਸੇ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਣਾ। ਠੀਕ ਹੈ ਜੀ, ਤਾਂ ਇਸ ਦਾ ਆਨਸਰ ਇਹੀ ਹੈ। ਠੀਕ ਹੈ ਜੀ, ਅੱਗੇ ਹੈ ਦੋਸਤੋ ਆਪਣਾ ਤੀਸਰਾ ਪ੍ਰਸ਼ਨ ਕੀ ਹੈ ਕਿ ਵਟ ਵਿਲ ਹੈਪਨ ਇਫ ਅ ਪਰਸਨ ਵਰਕ ਵਿਦਾਊਟ ਅ ਬ੍ਰੇਕ। ਠੀਕ ਹੈ ਜੀ, ਯਾਨੀ ਕਿ ਦੋਸਤੋ ਇਹਦੇ ਵਿੱਚ ਇਹ ਕਹਿੰਦਾ ਆਪਣਾ ਪ੍ਰਸ਼ਨ ਕਿ ਬਈ ਜੇਕਰ ਕੋਈ ਜਿਹੜਾ ਹੈਗਾ ਦੋਸਤੋ ਵਿਅਕਤੀ ਬਿਨਾਂ ਕਿਸੇ ਬ੍ਰੇਕ ਤੋਂ ਕੰਮ ਕਰਦਾ ਹੈ ਤਾਂ ਕੀ ਹੋਵੇਗਾ। ਤਾਂ ਦੋਸਤੋ ਇਸ ਦਾ ਆਨਸਰ ਦੇਖ ਸਕਦੇ ਹੋ ਕਿ ਕੀ ਆ। ਤਾਂ ਦੋਸਤੋ ਇਹਦਾ ਆ ਜਾਏਗਾ ਸੀ ਆਪਸ਼ਨ, ਯਾਨੀ ਕਿ ਹੀ ਮੇ ਹੈਵ ਅ ਨਰਵਸ ਬ੍ਰੇਕ ਡਾਊਨ, ਮਤਲਬ ਉਸ ਨੂੰ ਜਿਹੜਾ ਹੈਗਾ ਵਾ ਘਬਰਾਹਟ ਦਾ ਜਿਹੜਾ ਹੈਗਾ ਨੁਕਸਾਨ ਹੋ ਸਕਦਾ ਹੈ, ਘਬਰਾਹਟ ਦਾ ਨੁਕਸਾਨ ਹੋ ਸਕਦਾ ਹੈ। ਅਗਲਾ ਦੋਸਤੋ ਚੌਥਾ ਪ੍ਰਸ਼ਨ ਕੀ ਹੈ ਕਿ ਵਿਚ ਵਰਡ ਇਨ ਦਾ ਪੈਸੇਜ ਮੀਨ ਪੈਸ਼ਨ ਐਂਡ ਇੰਥਿਊਜ਼ਿਜ਼ਮ। ਠੀਕ ਹੈ ਜੀ, ਤਾਂ ਦੋਸਤੋ ਮਤਲਬ ਕਿ ਹਵਾਲੇ ਵਿੱਚ ਕਿਹੜੇ ਜਿਹੜੇ ਹੈਗੇ ਸ਼ਬਦ ਦਾ ਅਰਥ ਜੋਸ਼ ਅਤੇ ਜਿਹੜਾ ਹੈਗਾ ਜੋਸ਼ ਅਤੇ ਉਤਸ਼ਾਹ ਹੈ। ਤਾਂ ਦੋਸਤੋ ਇਸ ਦਾ ਆ ਜਾਏਗਾ ਆਪਣਾ ਜੈਸਟ ਐਂਡ ਜਿਲ ਇਸ ਦਾ ਰਾਈਟ ਆਨਸਰ ਹੋ ਸਕਦਾ ਹੈ। ਠੀਕ ਹੈ ਜੀ, ਹੋ ਸਕਦਾ ਹੈ ਨਹੀਂ ਦੋਸਤੋ ਇਹੀ ਹੈ ਆਪਣਾ। ਠੀਕ ਹੈ, ਅੱਗੇ ਹੈ ਵਟ ਕੈਨ ਬੀ ਦਾ ਮੋਸਟ ਸੁਟੇਬਲ ਟਾਈਟਲ ਫॉर ਦਾ ਪੈਸੇਜ। ਠੀਕ ਹੈ ਜੀ, ਯਾਨੀ ਕਿ ਦੋਸਤੋ ਇਹ ਜਿਹੜਾ ਤੁਹਾਡਾ ਜਿਹੜਾ ਪੈਸੇਜ ਆ, ਠੀਕ ਹੈ ਜੀ, ਇਹਦਾ ਢੁਕਵਾਂ ਸਿਰਲੇਖ ਕੀ ਹੋ ਸਕਦਾ ਹੈ। ਤਾਂ ਦੋਸਤੋ ਇਹਦਾ ਆਨਸਰ ਜਿਵੇਂ ਕਿ ਦੇਖ ਲਓ ਅਸੀਂ ਵੀ ਟਿਕ ਨਹੀਂ ਲਾਇਆ ਕਿ ਕੀ ਆਏਗਾ। ਜਿੱਥੇ ਤੱਕ ਮੈਨੂੰ ਲੱਗਦਾ ਦੋਸਤੋ ਇਹਦਾ ਜਿਹੜਾ ਹੈਗਾ ਤੁਹਾਡਾ ਬੀ ਆਪਸ਼ਨ, ਯਾਨੀ ਕਿ ਆ ਸ਼ਾਰਟ ਵਕੇਸ਼ਨ ਜਿਹੜਾ ਹੈਗਾ ਆ ਸਕਦਾ ਵਾ, ਜਾਂ ਫਿਰ ਦੋਸਤੋ ਇਹ ਪਹਿਲਾ ਆਪਸ਼ਨ ਲੇਅਰ ਐਂਡ ਰਿਕ੍ਰੀਏਸ਼ਨ। ਠੀਕ ਹੈ, ਦੋਨਾਂ ਦੇ ਵਿੱਚ ਕੋਈ ਇੱਕ ਹੋ ਸਕਦਾ ਵਾ। ਬਾਕੀ ਤੁਹਾਨੂੰ ਲੱਗਦਾ ਕਿ ਸੀ ਜਾਂ ਫਿਰ ਡੀ ਕੋਈ ਕਿਹੜਾ ਹੋਣਾ ਚਾਹੀਦਾ ਵਾ ਜਾਂ ਕਿਹੜਾ ਆਪਸ਼ਨ ਹੋਣਾ ਚਾਹੀਦਾ। ਜਿੱਥੇ ਤੱਕ ਮੈਨੂੰ ਲੱਗਦਾ ਕਿ ਬੀ ਆਪਸ਼ਨ ਦੇ ਜ਼ਿਆਦਾ ਚਾਂਸ ਨੇ, ਜਾਂ ਫਿਰ ਦੋਸਤੋ ਜਿਹੜਾ ਹੈਗਾ ਏ ਵਾਲਾ ਆਪਸ਼ਨ ਹੋ ਸਕਦਾ ਹੈ। ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ ਕਿ ਇਹਦਾ ਸਿਰਲੇਖ ਕੀ ਹੋਵੇਗਾ। ਤੇ ਹੁਣ ਦੋਸਤੋ ਤੁਹਾਡਾ ਹੈਗਾ ਵਾ ਆਪਣਾ ਸਟੱਡੀ ਦਾ ਗਿਵਨ ਦਾ ਗ੍ਰਾਫ ਐਂਡ ਦਾ ਆਨਸਰ ਦਾ ਕੁਐਸਚਨ, ਮਤਲਬ ਆਹ ਤੁਹਾਡਾ ਦਿੱਤਾ ਹੋਇਆ ਵਾ। ਠੀਕ ਹੈ ਜੀ, ਇਸ ਨੂੰ ਤੁਸੀਂ ਜਿਹੜਾ ਹੈਗਾ ਵਾ ਦੇਖ ਕੇ ਫਿਰ ਥੱਲੇ ਜਿਹੜੇ ਪ੍ਰਸ਼ਨ ਨੇ ਉਹਨਾਂ ਦੇ ਉੱਤਰ ਦੇਣੇ ਹਨ। ਤਾਂ ਦੋਸਤੋ ਇੱਕ ਵਾਰੀ ਇਸ ਡਾਇਗਰਾਮ ਨੂੰ ਦੇਖ ਲਓ ਚੰਗੀ ਤਰ੍ਹਾਂ ਕਿ ਕੀ ਦਿੱਤੀ ਹੋਈ ਆ, ਫਿਰ ਆਪਾਂ ਜਿਹੜੇ ਹੈਗੇ ਥੱਲੇ ਪ੍ਰਸ਼ਨਾਂ ਦੇ ਉੱਤਰ ਦੇਖਾਂਗੇ। ਤਾਂ ਦੋਸਤੋ ਤੁਸੀਂ ਇਸ ਨੂੰ ਦੇਖ ਲਿਆ ਹੋਣਾ। ਪਹਿਲਾ ਕੁਐਸਚਨ ਦੇਖੋ ਕੀ ਨਿਕਲ ਕਰ ਆ ਰਿਹਾ ਵਾ ਕਿ ਹਾਊ ਮੈਨੀ ਸਟੂਡੈਂਟਸ ਵੇਅਰ ਬੋਰਨ ਇਨ ਫਰਵਰੀ ਐਂਡ ਸਤੰਬਰ। ਠੀਕ ਹੈ, ਤਾਂ ਦੇਖੋ ਦੋਸਤੋ ਚਲੋ ਇਹਦਾ ਦੇਖ ਲੈਂਦੇ ਪਹਿਲਾਂ ਕਿ ਫਰਵਰੀ ਐਂਡ ਸਤੰਬਰ ਪੁੱਛਿਆ ਹੋਇਆ ਆਪਣੇ ਤੋਂ। ਠੀਕ ਹੈ ਜੀ, ਫਰਬ ਤੇ ਆਹ ਰਿਹਾ ਆਪਣਾ ਸਤੰਬਰ। ਠੀਕ ਹੈ ਜੀ, ਤੇ ਦੋਸਤੋ ਇੱਕ ਹੋਰ ਇੰਪੋਰਟੈਂਟ ਗੱਲ, ਇੱਥੇ 1 ਯੂਨਿਟ ਲੈਂਥ 2 ਸਟੂਡੈਂਟ ਮੰਨੀ ਗਈ ਆ। ਮਤਲਬ ਅਗਰ 2 ਇੱਥੇ ਵੈਲਿਊ ਆ ਨਾ ਤਾਂ ਇੱਥੇ 4 ਮੰਨਿਓ, 4 ਦੀ ਵੈਲਿਊ ਦੋਸਤੋ 8। ਠੀਕ ਹੈ ਜੀ, 6 ਦੀ ਵੈਲਿਊ ਜਿਹੜੀ ਹੈਗੀ ਆਪਾਂ ਇੱਥੇ 12 ਮੰਨਾਂਗੇ। ਕਿਉਂਕਿ ਦੋਸਤੋ 1 ਯੂਨਿਟ ਲੈਂਥ 2 ਸਟੂਡੈਂਟ ਆ, ਮਤਲਬ ਇੱਕ ਦੇ ਵਿੱਚ ਜਿਹੜਾ ਹੈਗਾ ਵਾ 2 ਸਟੂਡੈਂਟ ਆ, ਤਾਂ ਫਿਰ 6 ਦੇ ਵਿੱਚ ਕਿੰਨੇ ਹੋਣਗੇ 12। ਠੀਕ ਹੈ, ਤਾਂ ਦੋਸਤੋ ਦੇਖੋ ਆਪਣਾ ਕੀ ਪੁੱਛਿਆ ਸੀਗਾ ਫੈਬ ਐਂਡ ਸਤੰਬਰ, ਆਹੀ ਪੁੱਛਿਆ ਸੀਗਾ ਆਪਣੇ ਤੋਂ ਕਿ ਜਿਹੜਾ ਹੈਗਾ ਹਾਊ ਮੈਨੀ ਸਟੂਡੈਂਟਸ, ਮਤਲਬ ਜਿਹੜੇ ਹੈਗੇ ਕਿੰਨੇ ਜਵਾਕ ਜਿਹੜੇ ਹੈਗੇ ਆ, ਮਤਲਬ ਕਿੰਨੇ ਸਟੂਡੈਂਟ ਜਿਹੜੇ ਹੈਗੇ ਪੈਦਾ ਹੋਏ ਫਰਵਰੀ ਅਤੇ ਸਤੰਬਰ ਦੇ ਵਿੱਚ। ਤਾਂ ਦੋਸਤੋ ਇਸ ਦਾ ਆਨਸਰ ਤੁਸੀਂ ਦੇਖ ਸਕਦੇ ਹੋ ਕਿ ਫਰਵਰੀ ਅਤੇ ਸਤੰਬਰ, ਦੇਖੋ ਫਰਵਰੀ ਇਹ ਰਿਹਾ ਤੇ ਸਤੰਬਰ ਇਹ ਰਿਹਾ। ਤਾਂ ਦੋਸਤੋ ਦੇਖੋ ਇਹਦੇ ਵਿੱਚ ਜਿਹੜਾ ਹੈਗਾ ਵਾ 4 ਤੋਂ ਥੋੜਾ ਜਿਹਾ ਉੱਪਰ
ठीक है जी, चार तो उपर आ थोड़ा जिहा, तो मतलब इत्थे 5 मान लेने आ, चलो ठीक है जी। तो 5 इत्थे हो गया, ठीक है। तो इत्थे दोस्तों अपना सितंबर का हैगा वा जिहड़ा, ठीक है जी। तो यह 6 तो थोड़ा जिहा उपर आ, जिवें कि सितंबर का देख सकते हो कि 6 तो थोड़ा जिहा उपर, तो इत्थे 7 मान लेने आ। तो हुण इहनूं 2 नाल मल्टीप्लाई कर दो, 5 नूं जदों 2 नाल मल्टीप्लाई किया 10, ठीक है जी। तो 7 नूं जदों 2 नाल मल्टीप्लाई किया दोस्तों कितना आ जाएगा 14, ठीक है जी। तो 14 ते 10 किन्ने हो गए दोस्तों, 14 ते 10 दोस्तों हो गए 24, ठीक है जी। क्यों 2 नाल मल्टीप्लाई किया, क्योंकि 1 यूनिट लेंथ 2 स्टूडेंट हैगा वा उपर, जिवें कि मैं तुहानूं दस्सिया सीगा। तो दोस्तों 24 साडा आ गया। तो देख लो दोस्तों 24 जिथे तक मैनूं लगदा कि इत्थे वेट दोस्तों 24 नहीं 5 इंटू 10 वेट दोस्तों वेट इत्थे रुकियो दोस्तों मैं। तो दोस्तों देखो ये ना तुसी ये वाला ऑप्शन सही कर लियो, इत्थे 25 नहीं इत्थे 24 आऊगा, इत्थे गलती नाल लगदा 25 लग गया वा, बट दोस्तों इत्थे मैनूं जिथे तक लगदा कि 24 आंसर आवेगा, जिवें कि असीं तुहानूं उपर दस्सिया वा। अगर तुहानूं किसी नूं लगदा कि इसका आंसर कुछ होर होना चाहिए तो दोस्तों तुसीं कमेंट बॉक्स दे विच दस दिओ कि हाँ सर इहदा 25 होएगा या फिर 10 होएगा या फिर 9 होएगा। जिथे तक मैनूं समझ आ रही सी तां इह जिहड़ा हैगा दोस्तों तुहाडा 24 आना चाहिए वा, ठीक है जी। तो दोस्तों क्योंकि आ जिहड़ा क्वेश्चन आ ये इंग्लिश का बनता तो है नहीं, इन्होंने मैथ का क्वेश्चन जी मतलब रीजनिंग वगैरह का जो लॉजिकल क्वेश्चन होंगे उन्होंने इस विच पा दिता वा। चलो कोई नहीं हैगा तो सॉल्व कर ही लेने। तो अगे दोस्तों अपना इन विच ऑफ 2 मंथ 32 स्टूडेंट्स वेयर बॉर्न इन टोटल, ठीक है जी। तो दोस्तों इन्होंने ये जो है मई एंड अक्तूबर में टिक लाया वा। तो दोस्तों चलो देखते हैं मई एंड अक्तूबर का महीना। तो देखो दोस्तों मई, तो मई के देखो दोस्तों किन्ने स्टूडेंट होए आ 8, ठीक है जी। तो अपना अक्तूबर के दोस्तों किन्ने होए आ, ये भी दोस्तों जो है देख सकते हो आह वाली लाइन से 8 हो रहा है। तो 8 में दोस्तों जो है 2 नाल मल्टीप्लाई करांगे तो 16 आ गया अपना यदी वैल्यू मई की। तो इस तरह दोस्तों अक्तूबर की जो गल करिए तो ये भी 8 से, तो 8 में जो है 2 नाल मल्टीप्लाई किया तो जोड़ा है दोस्तों 16 आ गया। तो 16 प्लस 16 किन्ने होंगे दोस्तों, 16 प्लस 16 जोड़े है 32 होंगे। इसलिए दोस्तों आप कह देंगे कि जोड़ा यही आंसर है तो मई एंड अक्तूबर बिल्कुल सही है। अगे दोस्तों हाउ मैनी स्टूडेंट्स वेयर बॉर्न इन फर्स्ट ऑफ हाफ, मतलब कि लिखा कि हाउ मैनी स्टूडेंट्स वेयर बॉर्न इन द फर्स्ट ऑफ द ईयर, ठीक है जी। मतलब दोस्तों कि हाफ ईयर के मतलब अद्धे साल के किन्ने स्टूडेंट जोड़े है पैदा होए हैं। तो दोस्तों अपना जोड़ा है वा जनवरी फरवरी मार्च, ठीक है जी, अप्रैल मई जून, ठीक है जी। अपना इत्थे तक जून तक जोड़ा है वा हाफ ईयर हो गया, ठीक है। 4 5 6 हाँ 6 महीने हो गए। तो हुण देख लो दोस्तों ये किन्ने स्टूडेंट पैदा होए ने, जिवें कि 10, ठीक है जी, 18 हो गया, 10 प्लस 8 18, 18 ते 6 किन्ने हुंदे आ दोस्तों, 18 ते 6 हुंदे अपने 24, ठीक है जी। 24 ते 4 28, 28 ते 2 30, तो 30 हो गए दोस्तों। 30 नूं जो 2 नाल मल्टीप्लाई कर दो, क्यों क्योंकि दोस्तों 1 यूनिट लेंथ जिवें कि देख सकते हो कि 1 यूनिट लेंथ कितनी है 2 स्टूडेंट आता, इसलिए 2 नाल मल्टीप्लाई कर दिता तो 60 आ गया दोस्तों, ठीक है जी। 30 इंटू 2 मतलब दोस्तों जो है 60 आ गया। तो 60 आंसर इसका हो जाएगा। अगे दोस्तों आफ्टर द अगस्त इन विच मंथ ऑफ द हाईएस्ट नंबर ऑफ स्टूडेंट, ठीक है जी। मतलब अगस्त तो बाद किहड़े महीने दे विच दोस्तों जिहड़ी हैगी आ जिहड़ी हैगी पैदा होए ने, ठीक है स्टूडेंट। तो दोस्तों देख लेने आफ्टर द अगस्त पूछा है इन्होंने। तो देखो दोस्तों आफ्टर द अगस्त तो दोस्तों सब तो हाईएस्ट जी हैगी वो अक्तूबर दी है, देख लो सब तो ज़्यादा। तो दोस्तों इत्थे जी हैगी अक्तूबर महीना आएगा आंसर, क्योंकि आफ्टर अगस्त पूछा था। अगस्त तो बाद दोस्तों हाँ 4 महीने रह गए, चारों के दोस्तों सब तो ज़्यादा की आ देख लो अक्तूबर दी आ। तो दोस्तों देख लेने अक्तूबर इसका आंसर है। तो हाँ बिल्कुल दोस्तों अक्तूबर है। अगे दोस्तों इन विच मंथ द लोएस्ट नंबर ऑफ स्टूडेंट्स वेयर बॉर्न, तो इतने दोस्तों इन्होंने अगस्त टिक लाया हुआ। मतलब दोस्तों कि किहड़े महीने के सब तो जोड़े है घट बच्चे जोड़े है स्टूडेंट जोड़े पैदा होए हैं। तो दोस्तों इसका आंसर तुम यहाँ देख सकते हो सीधा ही ग्राफ के कि बई यह वाला अगस्त सब तो छोटा ग्राफ इतने तक लग्या हुआ। तो दोस्तों इतने जो अपना अगस्त आंसर हो जाएगा, जिमें कि तुम यहाँ देख सकते हो अगस्त इतने टिक लग्या वा। बाकी दोस्तों अगर तुम्हें इन्होंने प्रश्नों के लगता कि हाँ कि सर इन्हों के कोई भी आंसर जिमें कि मेरा गलत है, तो तुम कमेंट बॉक्स के दस दो कि सर यदा आंसर यह आना वा। तो रीजन भी दस्यो कि क्यों आना, ठीक है जी, रीजन भी दस दो। क्योंकि दोस्तों हाँ इंग्लिश का क्वेश्चन नहीं सीगा, यह मैथ रीजनिंग लॉजिकल क्वेश्चन सीगा, ठीक है। असीं कोशिश की अपने को सॉल्व जी है करने की। तो हुण दोस्तों अपना अगला प्रश्न देखो की है। तो दोस्तों अगला है तुहाडा सैक्शन बी आ, ठीक है जी। सैक्शन बी के दोस्तों देखो इन्होंने की पूछा है। पहला प्रश्न आंसर द फॉलोइंग टेक्सचुअल क्वेश्चन 8 मार्क्स की हैगी है दोस्तों ये। तो ये दोस्तों देखो पहला क्वेश्चन की है कि वट वन शुड नैवर सैल, ठीक है जी। यानी कि दोस्तों केड़ी चीज़ नूं कदे नहीं बेचना चाहिए है। तो दोस्तों इसका आंसर हैगा वा वन शुड नैवर सैल वंस हार्ट एंड सोल टू एनी बॉडी, ठीक है जी। यानी कि बई किसी नूं कदे भी अपना जिहड़ा है दिल अते आत्मा किसी नूं नहीं बेचनी चाहिए है। अगे दोस्तों बोस ग्रैजुएटेड फ्रॉम, ठीक है जी। तो कैम्ब्रिज, कैम्ब्रिज की है दोस्तों एक यूनिवर्सिटी है, ठीक है जी। कैम्ब्रिज यूनिवर्सिटी, ए ऑप्शन इत्थे सही हो जाएगा। अगे है दोस्तों पावर ऑफ टाइम इज ग्रेटर दैन दैट ऑफ रिच, यानी कि दोस्तों समय की ताकत अमीरां नालों वध है। तो दोस्तों ये बिल्कुल ट्रू है। अगे है दोस्तों हु वाज शेर सिंह बहादुर, यानी कि दोस्तों शेर सिंह बहादुर कौन सी। तो दोस्तों शेर सिंह बहादुर वाज अ फेमस हंटर, ही लिव्ड इन ललदवानी विलेज, ठीक है। शेर सिंह बहादुर दोस्तों एक मशहूर शिकारी सी, वो ललदवानी जिहड़ा हैगा पिंड विच रहिंदा सी, ठीक है जी। अगे है दोस्तों अपना प्रश्न कि वाई डिड द फॉय, हाँ जी, वाई डिड
द बॉय गो टू द फार्मर, यानी कि दोस्तों मुंडा किसान कोल जिहड़ा हैगा क्यों गया, तो दोस्तों इसका आंसर है द बॉय वेंट टू हिम इन सर्च ऑफ वर्क, ठीक है, मुंडा काम की भाल में उस कोल गया। अगे दोस्तों वट डिड द फार्मर गिव टू द बॉय, यानी कि दोस्तों किसान ने मुंडे नूं की दिता, तो दोस्तों 3 कॉपर्स कोइन, 3 तांबे जिहड़े हैगे आ 3 तांबे दे जिहड़े हैगे सिक्के दिते। अगे दोस्तों वट एक्सक्यूज डिड सुशील मेक फॉर नॉट गोइंग टू स्कूल, ठीक है जी। तो दोस्तों इसका आंसर देख लो की है, तुथ है, एक टम्मी है, एक हैड है या फिर बैक है। तो इसका आंसर आ जाएगा दोस्तों टम्मी है। मतलब दोस्तों यही है कि सुशील ने स्कूल जिहड़ा हैगा वा ना जाण दा की बहाना बनाया, तो दोस्तों उसने अपना टम्मी है यानी कि पेट दर्द का जिहड़ा हैगा बहाना बनाया। अगे दोस्तों हु वेंट विद चिन्ना पराया, तो दोस्तों मतलब चिन्ना पराया नाल कौन गया, तो दोस्तों इसका आंसर आएगा चिन्ना वाइफ हिज 4 चिल्ड्रन एंड कैट वेंट विद हिम, ठीक है, चिन्ना की पत्नी है तो उसके 4 बच्चे ते बिल्ली उसके नाल जिहड़े हैगे आ गए सी, ठीक है जी। हुण दोस्तों अपना अगला प्रश्न की है, हाँ जी, तो अगला दोस्तों तुहाडी हैगी है सैक्शन सी है, ठीक है जी, इंग्लिश टैक्सट बुक दे विचों। इहदे विच दोस्तों शॉर्ट आंसर टाइप क्वेश्चन ने। तो दोस्तों अपना पहला प्रश्न की है कि वट वन शुड बी अवेयर ऑफ, ठीक है जी। तो मतलब की है इहदा कि भाई किसे जिहड़ा है किस तो सावधान रहना चाहिए है, तो इसका आंसर आएगा दोस्तों वन शुड बी अवेयर ऑफ फ्लैटर्स, ठीक है जी, यानी कि चापलूसी करने वाले तो सावधान रहना चाहिए है। अगला प्रश्न है दोस्तों अपना कि वट शुड लिंकॉन सन स्टीर अवे फ्रॉम, ठीक है जी, यानी कि दोस्तों लिंकन के पुत्र नूं किस चीज़ तो दूर रहना चाहिए है, तो दोस्तों उसका आंसर आएगा कि ही शुड बी स्टेड अवे फ्रॉम एनवी, ठीक है जी, उसनूं ईर्खा तो दूर रहना चाहिए है, ठीक है जी। अगला दोस्तों प्रश्न की है कि वट कैन प्लांट फील, ठीक है जी, प्लांट्स कैन फील लाइक ह्यूमन बींग, दे कैन फील टायर्ड सैड और हैप्पी, ठीक है जी, यानी कि दोस्तों जिहड़ा हैगा वा पौधा जिहड़े हैगे पौधे की महसूस कर सकता है, तो पौधे मनुख वांग दोस्तों महसूस कर सकते हैं, वो जिहड़े हैगे दोस्तों कि उदास, ठीक है जी, तो थके भी हो सकते हैं तो खुश महसूस कर सकते हैं, ठीक है जी। अगे दोस्तों डज टाइम वेस्ट फॉर एवरीवन, ठीक है जी, कि समा किसी का इंतजार करता है, तो दोस्तों इसका आंसर हैगा कि आंसर नो, टाइम डज नॉट वेट फॉर एनी वन, ठीक है जी, यानी कि दोस्तों जिहड़ा हैगा वा नहीं समा किसी का इंतजार नहीं करता वा, एनी वन इत्थे दोस्तों लिख लियो, ठीक है जी, ये थोड़ा जिहा मिसिंग हो गया वा, ई नहीं पाई हुई है। अगे है दोस्तों अपना अगला प्रश्न कि वाई वर देयर नो मैन इन द विलेज, तो दोस्तों इसका आंसर आएगा ऑल मैन ऑफ द विलेज हैड गॉन टू द जंगल विद अ हंटिंग पार्टी, ठीक है, पिंड विच जिहड़ा हैगा दोस्तों की है, हाँ जी, पिंड विच जिहड़ा हैगा मर्द क्यों नहीं सन, तो दोस्तों इत्थे आ जाएगा कि पिंड के सारे बंदे जिहड़े हैगे आ जंगल चले गए सन, ठीक है जी, एक शिकार पार्टी दे विच, ठीक है जी। तो अगे है दोस्तों अपना अगला प्रश्न लॉन्ग टाइप प्रश्न ने, ठीक है जी, तो लिस्ट द क्वालिटी विच मेक्स अ गुड ह्यूमन बींग, तो दोस्तों इसका आंसर, तो दोस्तों आही प्रश्न सीगा तुहाडा आंसर हैगा कि द फॉलोइंग क्वालिटी मेक वन अ गुड ह्यूमन बींग होनेस्टी करेज पेशेंस ट्रूथफुलनेस एंड फेथ इन ऑन वन सैल्फ एंड फेथ इन गॉडनेस ऑफ मनकाइंड, ठीक है जी, यानी कि उन्हां गुणां दी सूची बनाओ जो एक चंगा मनुख बनाउंदे हन, ठीक है, निम्नलिखित गुण एक चंगा मनुख बनाउंदे हन ईमानदारी हिम्मत धीरज, ठीक है जी, अपनी सच्चाई और अपने आप विच विश्वास और मनुखता की जिहड़ी हैगी है दोस्तों चंगियाई विच विश्वास, ठीक है जी। तो इसका आंसर ये हो जाएगा। अगला दोस्तों प्रश्न की है अपना कि वट शुड बी अवर गाइडिंग प्रिंसिपल एंड वाई, ठीक है जी। तो दोस्तों इसका आंसर भी देख लेने आई अपना प्रश्न है, ठीक है जी। तो देखो दोस्तों की है कि नाउ, हाँ जी, नाउ और नेवर शुड बी द गाइडिंग प्रिंसिपल ऑफ अवर लाइफ, ठीक है जी, यानी कि दोस्तों साडे जीवन का दोस्तों मार्गदर्शन सिद्धांत होना चाहिए है। तो अगे लिखा है दोस्तों टाइम वन लॉस्ट कैन नैवर बी रिगेन्ड देयर फॉर वी शुड ऑलवेज एक्ट इन प्रेजेंट, यानी कि एक बार गुआचिया जिहड़ा हैगा समा हो मुड़ प्राप्त नहीं किया जा सकता है, इसलिए सानू हमेशा वर्तमान में काम करना चाहिए है, ठीक है। तो इसका आंसर ये हो जाएगा। अगला दोस्तों प्रश्न देख लेने, अगला प्रश्न की है, तो दोस्तों अगला तुहाडी हैगी आ, हाँ जी, इंग्लिश मेन कोर्स दे विचों आ, ठीक है जी। तो ये तुहाडी पोइट्री सैक्शन आ, ठीक है, स्टैंजा दे विचों आ। तो हुण देखो आ स्टैंजा दित्ती हुई है तुहाडी, फिर इस तो बाद तुसीं आ जिहड़े प्रश्न ने इन्हां दे उत्तर देने हैं। तो दोस्तों इसलिए तुसीं इस नूं 2 मिनट स्क्रीन नूं रोको ते आ जिहड़ा तुहाडा दित्ता होया ना स्टैंजा, इस नूं पढ़ो, फिर जिहड़े हैगा आपां प्रश्नां दे उत्तर देखदे हां। तो दोस्तों तुसीं पढ़ ही लेना है की लिखा है, मतलब ये लिखा है रिमेंबर नो मैन आर स्ट्रेंज नो कंट्रीज फॉरन, ठीक है जी, यानी कि याद रखो कोई आदमी अजीब नहीं होंदा, कोई देश विदेशी नहीं होंदा। बेनेथ ऑल यूनिफॉर्म अ सिंगल बॉडी ब्रीथ्स लाइक अवर्स द लैंड अवर ब्रदर्स वॉक अपॉन इज अर्थ लाइक दिस इन विच वी ऑल शैल लाई, यानी कि दोस्तों सारियां ही जिहड़ियां हैगे ने वर्दियां दे हेठ एक जिहड़ा हैगा सरीर साह लैंदा है, साडे वर्गां विच जिस धरती ते साडा जिहड़ा हैगा भरा चलदे हन, ओह धरती इस तरह
ਤਰ੍ਹਾਂ ਦੀ ਹੈ ਜਿਸ ਵਿੱਚ ਅਸੀਂ ਸਾਰੇ ਪਾਏ ਜਿਹੜੇ ਹੈਗੇ ਪਏ ਰਹਾਂਗੇ। ਤਾਂ ਦੋਸਤੋ ਇਹ ਆਪਣਾ ਪ੍ਰਸ਼ਨ ਆ। ਪਹਿਲਾ ਪ੍ਰਸ਼ਨ ਦੇਖੋ ਕੀ ਹੈ ਕਿ ਨੇਮ ਦਾ ਪੋਇਟ ਐਂਡ ਦਾ ਪੋਇਮ, ਠੀਕ ਹੈ ਜੀ। ਆਹ ਕਿਹੜੇ ਪੋਇਟ ਨੇ ਲਿਖੀ ਹੈ ਤੇ ਕਿਹੜੇ ਪੋਇਮ ਦੇ ਵਿੱਚੋਂ ਲਿੱਤੀ ਗਈ ਹੈ। ਤਾਂ ਪੋਇਮ ਦੋਸਤੋ ਹੈਗੀ ਹੈ ਨੋ ਮੈਨ ਆਰ ਫੋਰਨ, ਠੀਕ ਹੈ ਜੀ। ਪੋਇਟ ਕਿਹੜੇ ਹੈ ਇਹਦੇ, ਮਤਲਬ ਕਿਹੜਾ ਨੇ ਲਿਖੀ ਹੈ ਇਹ, ਜੇਮਸ ਕਿਰਕਪ ਨੇ ਇਹ ਜਿਹੜੀ ਹੈਗੀ ਆ ਲਿਖੀ ਹੈ। ਤੇ ਦੂਸਰਾ ਪ੍ਰਸ਼ਨ ਕੀ ਹੈ ਕਿ ਵਟ ਮੇਕਸ ਮੈਨ ਸਟਰੇਂਜ ਐਂਡ ਕੰਟਰੀਜ਼ ਫੋਰਨ, ਠੀਕ ਹੈ ਜੀ। ਯਾਨੀ ਕਿ ਦੋਸਤੋ ਕਿ ਕਿਹੜੀ ਚੀਜ਼ ਜਿਹੜੀ ਹੈਗੀ ਆ ਦੋਸਤੋ ਮਰਦਾਂ ਨੂੰ ਅਜੀਬ ਅਤੇ ਦੇਸ਼ ਨੂੰ ਵਿਦੇਸ਼ੀ ਬਣਾਉਂਦੀ ਹੈ। ਤਾਂ ਦੋਸਤੋ ਇਸ ਦਾ ਆਂਸਰ ਦੇਖ ਲੈਂਦੇ ਆ। ਤਾਂ ਇਸ ਦਾ ਆਂਸਰ ਦੋਸਤੋ ਆਹ ਵਾ, ਠੀਕ ਹੈ ਜੀ। ਆ ਦੇਖੋ ਪਹਿਲਾ ਪ੍ਰਸ਼ਨ ਆ ਤੁਹਾਡਾ ਆਹੀ, ਠੀਕ ਹੈ ਜੀ, ਕਿ ਜੋਗ੍ਰਾਫਿਕਲ ਬਾਉਂਡਰੀਜ਼ ਐਂਡ ਸਿਗਰੇਟ, ਹਾਂਜੀ ਸੈਗੀਰੇਟ ਸੈਗਰੀ ਕੀ ਲਿਖਿਆ ਹੋਇਆ ਦੋਸਤੋ ਆਪਣਾ, ਹਾਂਜੀ segregate countries, we consider countries other than ours to be foreign and the people living in these countries to be strange, ਠੀਕ ਹੈ ਜੀ। ਮਤਲਬ ਦੋਸਤੋ ਕੀ ਹੈ ਕਿ ਭੂਗੋਲਿਕ ਸੀਮਾਵਾਂ ਦੇਸ਼ ਨੂੰ ਵੱਖ ਕਰਦੀਆਂ ਹਨ। ਅਸੀਂ ਆਪਣੇ ਤੋਂ ਇਲਾਵਾ ਹੋਰ ਦੇਸ਼ਾਂ ਨੂੰ ਵਿਦੇਸ਼ੀ ਸਮਝਦੇ ਹਾਂ। ਇਹਨਾਂ ਦੇਸ਼ਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਅਜੀਬ ਸਮਝਦੇ ਹਾਂ। ਅੱਗੇ ਦੋਸਤੋ ਆਪਣਾ ਅਗਲਾ ਪ੍ਰਸ਼ਨ ਸੀਗਾ, ਠੀਕ ਹੈ, ਦੇਖ ਲਓ ਇੱਕ ਵਾਰੀ। ਆਹੀ ਪ੍ਰਸ਼ਨ ਹੈ ਨਾ ਆਪਣਾ, ਐਕਸਪਲੇਨ ਬੈਨੀਥ ਆਲ ਯੂਨੀਫਾਰਮ ਅ ਸਿੰਗਲ ਬੋਡੀ ਬਰੀਥਸ, ਠੀਕ ਹੈ ਜੀ। ਤਾਂ ਆਹੀ ਆਪਣਾ ਪ੍ਰਸ਼ਨ ਆ। ਮਤਲਬ ਇਹਦੇ ਵਿੱਚ ਇਹ ਆ ਕਿ ਸਮਝਾਓ ਕਿ ਸਾਰੀਆਂ ਜਿਹੜੀਆਂ ਹੈਗੇ ਨੇ ਵਰਦੀਆਂ ਦੇ ਹੇਠ ਇੱਕ ਸਰੀਰ ਸਾਹ ਲੈਂਦਾ ਹੈ। ਤਾਂ ਹੈਗਾ ਦੋਸਤੋ ਦੀ ਲਾਈਨ ਮੀਨਸ ਦੈਟ ਥਾਊ the outward appearance of the people varies because of a difference in their attire. There is an inherent similarity between all human beings. All people live and breathe in the similar fashion. Militaries in the world may don different uniform, but they comprise of human being who essentially are the same anywhere in the world। मतलब दोस्तों ਇਹਦੇ ਵਿੱਚ ਆਹੀ ਲਿਖਿਆ ਹੋਇਆ ਕਿ ਬਈ ਨਾ ਇਹ ਲਾਈਨਾਂ ਦਾ ਮਤਲਬ ਇਹ ਹੈ ਕਿ ਭਾਵੇਂ ਲੋਕਾਂ ਦੀ ਜਿਹੜੀ ਹੈਗੀ ਹੈ ਬਾਹਰੀ ਦਿੱਖ ਉਹਨਾਂ ਦੇ ਪਹਿਰਾਵੇ ਦੇ ਫਰਕ ਕਾਰਨ ਵੱਖਰੋ ਵੱਖਰੀ ਹੁੰਦੀ ਹੈ, ਪਰ ਸਾਰੇ ਮਨੁੱਖਾਂ ਵਿੱਚ ਅੰਦਰੂਨੀ ਸਮਾਨਤਾ ਹੁੰਦੀ ਹੈ। ਸਾਰੇ ਲੋਕ ਇੱਕ ਜਿਹੇ ਢੰਗ ਨਾਲ ਜਿਹੜੇ ਹੈਗੇ ਜਿਉਂਦੇ ਅਤੇ ਸਾਹ ਲੈਂਦੇ ਹਨ। ਸੰਸਾਰ ਵਿੱਚ ਮਿਲਟਰੀ ਵੱਖ-ਵੱਖ ਵਰਦੀਆਂ ਪਾ ਸਕਦੇ ਹਨ, ਪਰ ਉਹਨਾਂ ਵਿੱਚ ਮਨੁੱਖ ਜਿਹੜੇ ਹੈਗੇ ਸ਼ਾਮਿਲ ਹੁੰਦੇ ਹਨ ਜੋ ਅਸਲ ਵਿੱਚ ਸੰਸਾਰ ਵਿੱਚ ਕਿਤੇ ਵੀ ਇੱਕ ਜਿਹੇ ਹੁੰਦੇ ਹਨ, ਠੀਕ ਹੈ ਜੀ। ਤੇ ਇਹ ਇਸ ਦਾ ਮਤਲਬ ਆ। ਅਗਲਾ ਦੋਸਤੋ ਆਪਣਾ ਪ੍ਰਸ਼ਨ ਕੀ ਹੈ। ਅਗਲਾ ਦੋਸਤੋ ਹੈਗਾ ਤੁਹਾਡਾ ਸੈਂਟਰਲ ਆਈਡੀਆ ਵਾ। ਸੈਂਟਰਲ ਆਈਡੀਆ ਪਹਿਲਾ ਹੈਗਾ ਕਿ ਓਪਨ ਦਾ ਆਈਜ਼ ਐਂਡ ਸੀ ਦਾ ਗੋਡ। ਤਾਂ ਦੋਸਤੋ ਇਸ ਦਾ ਦੇਖ ਲੈਂਦੇ ਹਾਂ ਸੈਂਟਰਲ ਆਈਡੀਆ। ਤਾਂ ਦੇਖੋ ਆਹੀ ਹੈ ਨਾ ਆਪਣਾ, ਓਪਨ ਦਾ ਆਈਜ਼ ਐਂਡ ਸੀ ਦਾ ਗੋਡ। ਤਾਂ ਦੋਸਤੋ ਦੇਖੋ ਇਸ ਦਾ ਪ੍ਰਸ਼ਨ ਸਭ ਤੋਂ ਪਹਿਲਾਂ ਕੀ ਹੈ ਕਿ ਦਾ ਪੋਇਟ ਸੇਜ਼, ਠੀਕ ਹੈ ਜੀ, ਦਾ ਪੋਇਟ ਸੇਜ਼ ਕੀ ਲਿਖਿਆ ਹੈ ਕਿ ਦੈਟ ਦਾ ਵਰਸ਼ਿਪ ਆਫ ਆਈਡਲਸ ਇਜ਼ ਯੂਜ਼ਲੈਸ ਬਿਕੋਜ਼ ਗੋਡ ਕੈਨ ਨੈਵਰ ਬੀ ਫਾਊਂਡ ਇਨ ਟੈਂਪਲਸ। ਮਤਲਬ ਦੋਸਤੋ ਕਵੀ ਜਿਹੜਾ ਹੈਗਾ ਕਹਿੰਦਾ ਹੈ ਕਿ ਮੂਰਤੀਆਂ ਦੀਆਂ ਪੂਜਾ ਵਿਅਰਥ ਹਨ, ਠੀਕ ਹੈ ਜੀ, ਵਿਅਰਥ ਹੈ, ਕਿਉਂਕਿ ਰੱਬ ਕਦੇ ਜਿਹੜਾ ਹੈਗਾ ਮੰਦਿਰ ਵਿੱਚ ਨਹੀਂ ਪਾਇਆ ਜਾ ਸਕਦਾ। ਵੀ ਕੈਨ ਫਾਈਂਡ ਹਿਮ ਬਾਈ chanting and singing, we can't find him by telling the bits he lives among poor labor, ਠੀਕ ਹੈ ਜੀ। ਯਾਨੀ ਕਿ ਦੋਸਤੋ ਕੀ ਹੈ, ਅਸੀਂ ਉਸ ਨੂੰ ਜਿਹੜਾ ਹੈਗਾ ਉਚਾਰਨ ਅਤੇ ਗਾਉਣ ਦੁਆਰਾ ਨਹੀਂ ਲੱਭ ਸਕਦੇ। ਅਸੀਂ ਉਸ ਨੂੰ ਮਣ ਕੇ ਦੱਸ ਕੇ ਨਹੀਂ ਲੱਭ ਸਕਦੇ। ਉਹ ਗਰੀਬ ਮਜ਼ਦੂਰਾਂ ਵਿੱਚ ਜਿਹੜਾ ਹੈਗਾ ਵਾ ਕੀ ਹੈ ਰਹਿੰਦਾ ਹੈ, ਠੀਕ ਹੈ ਜੀ। ਤਾਂ ਸੋ ਵੀ ਸ਼ੁੱਡ ਗੋ ਐਂਡ ਵਰਕ ਵਿਦ ਪੂਅਰ ਇਫ ਵੀ ਵਾਂਟ ਟੂ ਫਾਈਂਡ ਗੋਡ। ਜੇ ਇਸ ਲਈ ਜੇਕਰ ਅਸੀਂ ਰੱਬ ਨੂੰ ਜਿਹੜਾ ਹੈਗਾ ਲੱਭਣਾ ਚਾਹੁੰਦੇ ਹਾਂ ਤਾਂ ਸਾਨੂੰ ਗਰੀਬਾਂ ਨਾਲ ਜਾ ਕੇ ਜਿਹੜਾ ਹੈਗਾ ਕੰਮ ਕਰਨਾ ਚਾਹੀਦਾ ਹੈ, ਠੀਕ ਹੈ ਜੀ। ਤੇ ਅਗਲਾ ਦੋਸਤੋ ਆਪਣਾ ਕਿਹੜੀ ਹੈ ਸੈਂਟਰਲ ਆਈਡੀਆ, ਆਪਣੀ ਅਗਲੀ ਸੈਂਟਰਲ ਆਈਡੀਆ ਹੈ ਦੋਸਤੋ ਨੋ ਮੈਨ ਆਰ ਫੋਰਨ, ਠੀਕ ਹੈ ਜੀ। ਤਾਂ ਇਸ ਦਾ ਆਂਸਰ ਵੀ ਦੇਖ ਲੈਂਦੇ ਹਾਂ। ਤਾਂ ਦੇਖੋ ਦੋਸਤੋ ਆਪਣਾ ਇਹ ਅਗਲਾ ਸੈਂਟਰਲ ਆਈਡੀਆ ਹੈ। ਤਾਂ ਦੇਖੋ ਦੋਸਤੋ ਕੀ ਲਿਖਿਆ ਹੋਇਆ ਵਾ, ਆਲ ਆਰ ਸੇਮ, ਠੀਕ ਹੈ ਜੀ। all the difference of caste, color, race, countries and religion are man made, ਠੀਕ ਹੈ। ਮਤਲਬ ਦੋਸਤੋ ਸਾਰੇ ਇੱਕੋ ਜਿਹੇ ਹਨ। ਜਾਤ, ਰੰਗ, ਨਸਲ, ਦੇਸ਼ਾਂ ਅਤੇ ਧਰਮਾਂ ਦੇ ਬਾਰੇ ਮਤਲਬ ਸਾਰੇ ਧਰਮਾਂ ਦੇ ਜਿਹੜੇ ਹੈਗੇ ਆ ਧਰਮਾਂ ਦੇ ਸਾਰੇ ਅੰਤਰ ਮਨੁੱਖ ਦੁਆਰਾ ਬਣਾਏ ਗਏ ਹਨ। ਹਿਊਮਨਿਟੀ ਇਜ਼ ਅਬਵ ਆਲ, ਯਾਨੀ ਕਿ ਮਨੁੱਖਤਾ ਸਭ ਤੋਂ ਉੱਪਰ ਹੈ। ਵੀ ਸ਼ੁੱਡ ਨਾਟ ਹੇਟ ਈਚ ਅਦਰ, ਵੀ ਸ਼ੁੱਡ ਲਵ ਐਵਰੀਵਨ, ਠੀਕ ਹੈ ਜੀ। ਸਾਨੂੰ ਦੂਜੇ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ ਹੈ, ਸਾਨੂੰ ਸਾਰਿਆਂ ਨਾਲ ਪਿਆਰ ਕਰਨਾ ਚਾਹੀਦਾ ਹੈ, ਠੀਕ ਹੈ। ਤਾਂ ਇਹ ਇਸ ਦਾ ਸੈਂਟਰਲ ਆਈਡੀਆ ਹੋ ਗਿਆ ਨੋ ਮੈਨ ਆਰ ਫੋਰਨ, ਠੀਕ ਹੈ ਜੀ। ਤੇ ਹੁਣ ਦੋਸਤੋ ਸਪਲੀਮੈਂਟਰੀ ਰੀਡਰ ਦਾ ਪ੍ਰਸ਼ਨ ਆ। ਤਾਂ ਦੇਖੋ ਦੋਸਤੋ ਸਭ ਤੋਂ ਪਹਿਲਾਂ ਆਪਣਾ ਜਿਹੜਾ ਪ੍ਰਸ਼ਨ ਕੀ ਨਿਕਲ ਕਰ ਆ ਰਿਹਾ ਵਾ, ਪਹਿਲਾ ਪ੍ਰਸ਼ਨ ਹੈਗਾ ਦੋਸਤੋ ਵਟ ਡਿਡ ਫਾਰਮਰ ਆਸਕ ਹਿਮ ਟੂ ਡੂ, ਠੀਕ ਹੈ ਜੀ। ਯਾਨੀ ਕਿ ਕਿਸਾਨ ਨੇ ਉਸ ਨੂੰ ਕੀ ਕਰਨ ਲਈ ਜਿਹੜਾ ਹੈਗਾ ਵਾ ਕਿਹਾ। ਤਾਂ ਉੱਤਰ ਹੈਗਾ ਦੋਸਤੋ ਦਾ ਫਾਰਮਰ ਆਸਕਡ ਹਿਮ ਟੂ ਲੁੱਕ ਆਫਟਰ ਹਿਜ਼ ਗੋਡਸ ਐਂਡ ਗਰੇਜ਼ ਦੈਮ ਟੂ ਹਿਲਸ, ਠੀਕ ਹੈ ਜੀ। ਯਾਨੀ ਕਿ ਦੋਸਤੋ ਕਿਸਾਨ ਨੇ ਉਸ ਨੂੰ ਜਿਹੜਾ ਹੈਗਾ ਵਾ ਆਪਣੀਆਂ ਬੱਕਰੀਆਂ ਦੀ ਦੇਖਭਾਲ ਕਰਨ ਅਤੇ ਚਰਾਉਣ ਲਈ ਜਿਹੜਾ ਹੈਗਾ ਉਸ ਨੂੰ ਪਹਾੜੀਆਂ ਵੱਲ ਚਰਾਵੇ, ਇਹ ਗੱਲ ਉਸਨੇ ਕਹੀ, ਠੀਕ ਹੈ ਜੀ। ਅਗਲਾ ਦੋਸਤੋ ਪ੍ਰਸ਼ਨ ਕੀ ਹੈ ਕਿ ਹਾਊ ਮੱਚ ਡਿਡ ਦਾ ਫਾਰਮਰ ਪੇ ਹਿਮ ਐਂਡ ਵੈਨ, ਠੀਕ ਹੈ ਜੀ। ਯਾਨੀ ਕਿ ਦੋਸਤੋ ਕਿਸਾਨ ਨੇ ਉਸ ਨੂੰ ਜਿਹੜਾ ਹੈਗਾ ਕਿੰਨਾ ਭੁਗਤਾਨ ਕੀਤਾ ਅਤੇ ਕਦੋਂ, ਠੀਕ ਹੈ ਜੀ। ਤਾਂ ਇਹਦਾ ਉੱਤਰ ਦੇਖੋ ਦੋਸਤੋ ਦਾ ਫਾਰਮਰ ਪੇਡ ਹਿਮ 3 ਕਾਪਰ ਕੋਇਨਸ ਆਫਟਰ 3 years ਵੈਨ ਹੀ ਲੈਫਟ ਹਿਜ਼ ਜੋਬ, ਠੀਕ ਹੈ ਜੀ। ਤਾਂ ਦੋਸਤੋ ਉਸਨੇ ਜਿਹੜਾ ਹੈਗਾ ਵਾ 3 ਜਿਹੜੇ ਹੈਗੇ ਆ ਦੋਸਤੋ ਕੀ ਕੀਤਾ, ਉਸਨੂੰ 3 ਸਾਲ ਬਾਅਦ ਜਦੋਂ ਉਸਨੇ ਆਪਣੀ ਨੌਕਰੀ ਜਿਹੜੀ ਕਿ ਛੱਡ ਦਿੱਤੀ ਤਾਂ ਉਸਨੂੰ ਜਿਹੜੇ ਹੈਗੇ ਆ 3 ਤਾਂਬੇ ਜਿਹੜੇ ਹੈਗੇ ਆ ਦਿੱਤੇ। ਅਗਲਾ ਦੋਸਤੋ ਆਪਣਾ ਪ੍ਰਸ਼ਨ ਕੀ ਹੈ
हाँ जी, वाई डिड सुबल चंद्रा नेबर्स गैट एंग्री विद हिम। तो दोस्तों इसका आंसर देख लेने आ। तो दोस्तों देखो इसका आंसर ये वाला ही है, ठीक है जी। आ देखो आही प्रश्न सीगा ना कि भाई सुबल चंद्रा के गुआढ़ी क्यों नाराज होए, ठीक है जी, एंग्री वाला। तो देखो सुशील चंद्रा, ठीक है जी, सुशील वाज नॉट सो वैल बिहेव्ड, ठीक है जी। तो अगे लिखा कि ही वुड कीप प्लेइंग प्रैंक्स इट इरीटेट हिज नेबर्स, ठीक है जी, यानी कि सुशील इन्ना चंगा व्यवहार नहीं सी, ਉਹ ਮਜ਼ਾਕ ਖੇਡਦਾ ਰਹਿੰਦਾ ਸੀਗਾ। ਇਸ ਦੇ ਲਈ ਦੋਸਤੋ ਜਿਹੜਾ ਹੈਗਾ ਉਸਦੇ ਗੁਆਂਢੀਆਂ ਨੂੰ ਜਿਹੜਾ ਹੈਗਾ ਵਾ ਪਰੇਸ਼ਾਨ, ਇਸ ਲਈ ਮਤਲਬ ਉਹ ਜਿਹੜਾ ਹੈਗਾ ਵਾ ਆਪਣੇ ਮਤਲਬ ਆਪਣੇ ਗੁਆਂਢੀਆਂ ਨੂੰ ਜਿਹੜਾ ਹੈਗਾ ਪਰੇਸ਼ਾਨ ਕਰਦਾ ਸੀ ਇਸ ਤਰ੍ਹਾਂ, ਠੀਕ ਹੈ ਜੀ। ਅਗਲਾ ਦੋਸਤੋ ਆਪਣਾ ਪ੍ਰਸ਼ਨ ਕੀ ਸੀਗਾ? ਅਗਲਾ ਦੋਸਤੋ ਪ੍ਰਸ਼ਨ ਹੈਗਾ ਕਿ ਵਾਈ ਡਿਡ ਸੁਸ਼ੀਲ ਨਾਟ ਵਾਂਟ टू गो स्कूल ऑन वन सैटरडे वट हैपेंड दैन, ठीक है। सुशील एक शनिवार स्कूल क्यों ਜਿਹੜਾ ਹੈਗਾ ਵਾ नहीं जाना चाहता सी, फिर की होया। तो दोस्तों इसका आंसर भी तुसी देख लो, आही ਤੁਹਾਡਾ ਪ੍ਰਸ਼ਨ है ना, ठीक है जी। तो वट हैपेंड दैन, तो देखो दोस्तों देयर वाज गोइंग टू बी अ जोग्राफी टैसट एट स्कूल, ठीक है जी, यानी कि स्कूल में ਜਿਹੜਾ ਹੈਗਾ ਭੂਗੋਲ ਦੀ ਜਿਹੜੀ ਪ੍ਰੀਖਿਆ ਹੋਣੀ ਸੀ, ਠੀਕ है। सुशील वांटेड टू एस्केप द टेस्ट, यानी कि सुशील टेस्ट ਤੋਂ ਬਚਣਾ ਚਾਹੁੰਦਾ ਸੀਗਾ। ही वांटेड टू स्पेंड दे एट द बोसेस वेयर दे प्रिपेयरिंग टू हैव फायर वर्कस इन द ईवनिंग, यानी कि वह बोस ते दिन बिताना चाहता सीगा जिथे वो शाम को आतिशबाजी करने की तैयारी कर रहे सन, ठीक है जी। सुशील मेड अ प्रटेंस दैट ही हैड टमी एक, ठीक है। सुशील ने जोड़ा है ढोंग रचिया कि उसनू जोड़ा है उसनू पेट दर्द है, ठीक है जी। फिर द फादर अंडरस्टूड सुशील ट्रिक, ठीक है, पिता सुशील की जी है चाल नू समझ गया। तो ही गेव हिम अ बैटर मिक्सचर ऑफ मैडिसन टू ड्रिंक, ठीक है जी, उसने जोड़ा है उसनू पीण लई एक कौड़ा मिश्रण दवाई दी। दैन ही लॉकड हिम इन अ रूम, ठीक है, फिर उसने जोड़ा है अपने आप जो है कमरे में बंद कर दिता, ठीक है जी, फिर उसने कमरे में जोड़ा है बंद कर दिता गया उसको। तो हुण दोस्तों अपना अगला प्रश्न की है? अगला दोस्तों प्रश्न है कि डिड एनी वन हैल्प द डॉग, ठीक है जी। तो देखो दोस्तों इसका आंसर की है? तो इसका आंसर आ जाएगा दोस्तों नो बॉडी हैल्प्ड द डॉग, ठीक है जी, यानी कि किसी ने जोड़ा है कुत्ते की मदद नहीं की, ठीक है जी। तो मतलब कुत्ते की जी है मदद की किसी ने? तो नहीं दोस्तों, बिल्कुल जी है नहीं की, किसी ने कुत्ते की मदद नहीं की। तो अगला दोस्तों अपना प्रश्न की है? अगला दोस्तों अपना सैक्शन डी आ वोकैबलरी है, ठीक है जी। तो देखो दोस्तों ये की लिखा है वा सैक्शन डी के सब तो पहला प्रश्न है कि द डेट ऑफ टेस्ट हैज़ नॉट बीन डैश यट, ठीक है जी। तो दोस्तों इत्थे अपना आ जाएगा, इत्थे सैट हो सकता है, ठीक है जी, यानी कि द डेट ऑफ टेस्ट हैज़ नॉट बीन सैट, ठीक है जी। सैट मतलब दोस्तों की होंदा फिक्स, मतलब जो कुछ भी जोड़ा है दोस्तों कि टेस्ट की मिति जो निर्धारित नहीं की गई है। तो अगे दोस्तों राइट द सिनोनियम्स, तो देखो दोस्तों इसका एंड का सिनोनियम की आ जाएगा फिनिश, ठीक है जी। फिनिश मतलब की होंदा वा? फिनिश का मतलब दोस्तों वही होंदा जो अपना मतलब समाप्त हो जाए, अंत का मतलब भी दोस्तों खत्म मतलब वही हो जाए, ठीक है जी। तो फुलिश का दोस्तों किया जाएगा? फुलिश मतलब दोस्तों की होंदा मूर्ख, तो स्टूपिड मतलब भी दोस्तों जो है मूर्ख ही होंदा वा। अगे दोस्तों राइट द एंटोनियम्स, एक्टिव का दोस्तों किया जाएगा? वेट दोस्तों इतने एक्टिव का वेट इतने दोस्तों इन्होंने सिमिलर लिखता है। एक्टिव का दोस्तों ऑपरेटिंग है और फंक्शनिंग लिखा है, इतने ऑपरेटिंग और फंक्शनिंग नहीं आऊगा। वेट मैं दसदा रुको। तो दोस्तों देखो ये वाला कट दो क्योंकि इतने आह ऑपरेटिव लिखा मतलब एंटोनियम लिखा है, मतलब दोस्तों उसके ओपोजिट शब्द तो पूछा है इन्होंने, तो सिमिलर ही लिखता। तो देखो दोस्तों एक्टिव का तुम लिख सकते हो इतने दोस्तों अनवर्किंग लिख दो, ठीक है जी। अनवर्किंग इन्हों के स्पैलिंग देख लो दोस्तों, अनवर्किंग के स्पैलिंग, ठीक है जी। इस तरह तुम अनवर्किंग लिख दो। या फिर दोस्तों इसका एक और जोड़ा है आ जाएगा इनऑपरेटिव, ठीक है जी। इनऑपरेटिव या इनऑपरेटिंग इस तरह लिख दो, इन जोड़ा है बा उपरे, ठीक है जी, रेटिव, ठीक है जी। इस तरह दोस्तों तुम लिख सकते हो, कोई एक लिख लियो, ठीक है जी। तो यह दोस्तों कट दो, यह तो इसका सिनोनियम आ, सिनोनियम थोड़ी पूछा, इतने एंटोनियम पूछा हुआ है। अगे दोस्तों सैक्शन ई ग्रामर एंड कंपोजिशन आ। तो दोस्तों देखो ये की लिखा कि ट्रांसलेट करनी है तुसी इसनू, ठीक है जी, अपना इंग्लिश के कन्वर्ट करना वा इसनू। तो देखो दोस्तों मैं अंग्रेजी बोल सकता हाँ, आई कैन स्पीक इंग्लिश। कि मैं पानी पीता, डिड आई ड्रिंक वाटर। सूरज पूर्व विचों निकलता है, द सन राइज इन द ईस्ट। अगे अंजू ने अपना काम कर लिया है, अंजू हैज़ डन हर वर्क, ठीक है जी। तो हर रोज़ कसरत करनी चाहिए है, यू शुड एक्सरसाइज एवरी डे। अगे दोस्तों ट्रांसलेशन दी हुई है, इंग्लिश के दी हुई है, इसमें तुम पंजाबी तो हिंदी के करना वा, ठीक है जी। तो उपर भी यही गल लिखी हुई है। तो देखो ट्रीट हिम जेंटली, उसनू जोड़ा है वा नरमी नाल पेश आओ, उसके साथ जोड़ा है धीरे से व्यवहार करो। अगे वी अवेयर ऑफ टू मच स्वीटनेस, बहुत ज़्यादा मिठास तो सावधान रहो। तो अगे दोस्तों इन्होंने लिखा है कि ज़्यादा मिठा खाने से सावधान रहो हिंदी चे। अगे दोस्तों बोस वाज बाय नेचर आ रेबल, यानी कि बोस स्वभाव तो बाकी सी, बोस जो है स्वभाव से जो है विद्रोही थे। अगे एवरी सेकंड इन लाइफ इज़ इंपॉर्टेंट, जिंदगी में
ਜਿਹੜਾ ਹੈਗਾ सेकंड महत्वपूर्ण है, जीवन में हर सेकंड महत्वपूर्ण है। कालघाट वाज 80 किलोमीटर अवे, यानी कि कालघाट 80 किलोमीटर दूर सी, कालघाट 80 किलोमीटर दूर था। तो दोस्तों हुण ये हो गया अपना हैगा हुण दोस्तों ग्रामर, ठीक है जी। ग्रामर दे विच देखो दोस्तों सब तो पहला की निकल कर आ रहा वा, हाँ जी, ਤਾਂ ਇਹ ਮਤਲਬ ਗ੍ਰਾਮਰ ਦੇ ਵਿੱਚ ਦੋਸਤੋ ਉਹੀ ਤੁਹਾਡੀਆਂ ਡਿਟਰਮਾਈਨਸ, ਪ੍ਰੈਪੋਜੀਸ਼ਨਾਂ ਨਹੀਂ ਹੁੰਦੀਆਂ ਜਿਹੜੀਆਂ, ਉਹੀ ਚੀਜ਼ਾਂ ਨੇ ਇਹਦੇ ਵਿੱਚ ਵੀ। ਤਾਂ ਦੇਖੋ ਦੋਸਤੋ ਸਭ ਤੋਂ ਪਹਿਲਾਂ ਆਪਣਾ ਹੈਗਾ ਵਾ ਕਿ ਦੇਅਰ, ਹਾਂਜੀ, ਤਾਂ ਪਹਿਲਾਂ ਹੈਗਾ ਦੋਸਤੋ ਦੇਅਰ ਇਜ਼ ਡੈਸ਼ ਟੀ ਇਨ ਦਾ ਕੱਪ, ਠੀਕ ਹੈ ਜੀ। ਤਾਂ ਦੋਸਤੋ ਦੇਖੋ ਇਹਦਾ ਜਿੱਥੇ ਤੱਕ ਮੈਨੂੰ ਲੱਗਦਾ ਸੀ ਕਿ ਬਈ ਜਿਹੜਾ ਤੁਹਾਡਾ ਇੱਥੇ ਆਪਸ਼ਨ ਵੀ ਦਿੱਤੀ ਹੋਈ ਹੈ ਕਿ ਸਮ ਅਤੇ ਫਿਊ, ਠੀਕ ਹੈ ਜੀ। ਸਮ ਦਾ ਮਤਲਬ ਦੋਸਤੋ ਕੀ ਹੁੰਦਾ ਵਾ, ਸਮ ਦਾ ਮਤਲਬ ਦੋਸਤੋ ਹੁੰਦਾ ਵਾ ਮੇਰੇ ਮਤਲਬ ਕੁਝ, ਠੀਕ ਹੈ ਜੀ, ਕੁਛ। ਤਾਂ ਦੋਸਤੋ ਇੱਥੇ ਮੈਂ ਲਿਖ ਸਕਦਾ ਹਾਂ ਕਿ ਕੱਪ ਵਿੱਚ ਕੁਝ ਚਾਹ ਹੈ, ਠੀਕ ਹੈ ਜੀ। ਤਾਂ ਇਸਦਾ ਆਨਸਰ ਇਸ ਤਰ੍ਹਾਂ ਦਾ ਹੋ ਜਾਏਗਾ, ਠੀਕ ਹੈ। ਅੱਗੇ ਦੋਸਤੋ ਦੇਅਰ ਆਰ ਨੋਟ ਡੈਸ਼ ਗੁੱਡ ਗਰਲ ਇਨ ਦਾ ਕਲਾਸ, ਠੀਕ ਹੈ ਜੀ। ਤਾਂ ਦੋਸਤੋ ਇੱਥੇ ਵਿੱਚ ਮੈਂ ਆਨਸਰ ਨਹੀਂ ਫਿਲ ਕੀਤਾ ਕਿਉਂਕਿ ਮੈਨੂੰ ਪ੍ਰੋਪਰ ਜਿਹੜਾ ਹੈਗਾ ਨਹੀਂ ਮਿਲ ਪਾ ਰਿਹਾ ਸੀਗਾ। ਤਾਂ ਇੱਥੇ ਦੋਸਤੋ ਦੇਅਰ ਆਰ ਨੋਟ ਐਨੀ ਗੁੱਡ ਗਰਲ ਇਨ ਦਾ ਕਲਾਸ ਇਹ ਆ ਸਕਦਾ ਵਾ, ਠੀਕ ਹੈ ਜੀ। ਜਾਂ ਤੁਹਾਨੂੰ ਕੀ ਲੱਗਦਾ ਕਿ ਦੂਸਰੇ ਦਾ ਆਨਸਰ ਕੀ ਆਉਣਾ ਚਾਹੀਦਾ ਵਾ, ਤੁਸੀਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਦੱਸ ਦਿਓ, ਠੀਕ ਹੈ ਜੀ, ਕਿਉਂਕਿ ਇਹ ਮੇਰੇ ਤੋਂ ਨਹੀਂ ਲੱਭ ਪਾਇਆ ਸੀਗਾ। ਅਗਰ ਤੁਹਾਨੂੰ ਰਾਈਟ ਬਿਲਕੁਲ ਪਤਾ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਵੀ ਦੱਸ ਦੇਣਾ। ਅੱਗੇ ਦੋਸਤੋ ਹੀ ਡੈਸ਼ हैव स्टोलन माई पेन, ठीक है जी, यानी कि दोस्तों इत्थे जिहड़ा हैगा वा मे आ जाएगा, ठीक है जी। तो यह किवें बढ़ गया, जिहड़ा हैगा हो सकता है कि उसने मेरी कलम चोरी जिहड़ी हैगी कर लई होवे, ठीक है जी। तो हुण अगला दोस्तों की सीगा, हाँ जी, डैश आई हैव हॉलीडे। तो इत्थे दोस्तों जिहड़ा हैगा वा कैन आ जाऊगा, कैन आई हैव हॉलीडे, ठीक है जी, यानी कि दोस्तों की है मैनू जिहड़ी हैगी छुट्टी मिल सकती है। तो अगे है दोस्तों अपना अगला प्रश्न कि वी आर थैंकफुल टू गॉड फॉर हिज ब्लैसिंग, ठीक है। हाँ प्रैपोजिशन आ तुहानू, ठीक है जी। असी जिहड़ी हैगी दोस्तों असी उस दी जिहड़ी हैगी बख्शीश लई परमेश्वर दे जिहड़े हैगे शुक्रगुजार, हाँ, ठीक है जी। तो इसका मतलब यह है। अगे दोस्तों ही कंटिन्यूज गैम्बलिंग ही लॉस्ट ऑल हिज वैल्थ। तो दोस्तों फिल सुटेबल कंजक्शन, मतलब दोस्तों इत्थे इन्होंने डैश पाना है, इत्थे डैश आना वा गैम्बलिंग तो बाद, ठीक है जी। डैश मतलब दोस्तों थोड़ा जिहा इत्थे ही फिल होना वा। तो देखो दोस्तों इसका आंसर इस तरह बनेगा ही कंटिन्यूड गैम्बलिंग अनटिल ही लॉस्ट ऑल हिज वैल्थ। मतलब दोस्तों की है कि मतलब ਇਹਦਾ मतलब यही दिता होया वा कि बई जिहड़ा हैगा वा ਜੂਆ ਖੇਡਣਾ ਜਾਰੀ ਰੱਖਿਆ, ਠੀਕ ਹੈ ਜੀ। ਉਸਨੇ ਆਪਣੀ ਜਿਹੜੀ ਹੈਗੀ ਸਾਰੀ ਦੌਲਤ ਜਿਹੜੀ ਹੈਗੀ ਗਵਾ ਲਈ, ਠੀਕ ਹੈ ਜੀ। ਮਤਲਬ ਦੋਸਤੋ ਉਹ ਜੂਆ ਖੇਡਦਾ ਰਹਿੰਦਾ ਹੈ, ਠੀਕ ਹੈ ਜੀ, ਜਾਰੀ ਰੱਖਿਆ ਉਸਨੇ, ਠੀਕ ਹੈ ਜੀ। ਤਾਂ ਫਿਰ ਉਹ ਜਿਹੜਾ ਹੈਗਾ ਉਸਨੇ ਆਪਣੀ ਜਿਹੜੀ ਹੈਗੀ ਸਾਰੀ ਦੌਲਤ ਗਵਾ ਲਈ, ਠੀਕ ਹੈ ਜੀ। ਅੱਗੇ ਦੋਸਤੋ ਆਪਣਾ ਅਗਲਾ ਪ੍ਰਸ਼ਨ ਆ ਕਿ ਵੀ ਈਟ ਸੋ ਦੈਟ ਵੀ ਮੇ ਲਾਈਵ, ਠੀਕ ਹੈ। ਤਾਂ ਸੋ ਦੈਟ ਇੱਥੇ ਆ ਜਾਊਗਾ ਵੀ ਮੇ ਲਾਈਵ ਫਿਲ ਸੁਟੇਬਲ ਕੰਜਕਸ਼ਨ ਆ ਇਹ, ਠੀਕ ਹੈ ਜੀ। ਮਤਲਬ ਦੋਸਤੋ ਇਹਦਾ ਇਹ ਹੋਇਆ ਕਿ ਜਿਹੜਾ ਦੋਸਤੋ ਆਪਣਾ ਇਹਦੇ ਵਿੱਚ ਦਿੱਤਾ ਹੋਇਆ ਵਾ ਨਾ कि बई अपना भी 8 इत्थे रुके दोस्तों असी जिहड़ा हैगा खांदे, मतलब ਇਹਦੇ ਵਿੱਚ ਇਹੀ ਦੱਸਿਆ ਹੈ ਕਿ ਬਈ ਆਪਣਾ ਜਿਹੜਾ ਹੈਗਾ ਉਸਨੇ ਆਪਣੀ ਜਿਹੜੀ ਹੈਗੀ ਆ ਇਹਦਾ ਦੋਸਤੋ ਹਾਂਜੀ ਸੋ ਦੈਟ ਇੱਥੇ ਹਾਂਜੀ ਕੰਜਕਸ਼ਨ ਫਿਲ ਸੁਟੇਬਲ ਵੇਟ ਦੋਸਤੋ ਮੈਂ ਪ੍ਰੋਪਰ ਦੱਸਦਾ ਇਹਦਾ। ਤਾਂ ਹਾਂ ਦੋਸਤੋ ਸੋਹੀ ਦੈਤ ਆਊਗਾ ਤੇ ਮਤਲਬ ਇਹਦਾ ਇਹ ਹੈ ਕਿ ਅਸੀਂ ਖਾਂਦੇ ਹਾਂ ਤਾਂ ਜੋ ਅਸੀਂ ਜਿਹੜਾ ਹੈਗਾ ਜੀ ਸਕੀਏ, ਠੀਕ ਹੈ ਜੀ। ਤੇ ਅੱਗੇ ਹੈ ਦੋਸਤੋ ਆਪਣਾ 8ਵਾਂ ਪ੍ਰਸ਼ਨ ਹੈ ਦਾ ਟਾਈਗਰ ਦਾ ਬੈਲਟ ਦਾ ਸਮਾਰਟਰ ਦਾ ਪਰਸਨ, ਠੀਕ ਹੈ। ਫਾਈਂਡ ਐਡਵਰਬ ਕਲਾਉਜ਼, ਠੀਕ ਹੈ। ਮਤਲਬ ਦੋਸਤੋ ਜਿਹੜਾ ਹੈਗਾ ਵਾ ਬਈ ਇਹਦੇ ਵਿੱਚ ਲਿਖਿਆ ਹੈ ਕਿ ਪੇਟੀ ਜਿੰਨੀ ਸਖਤ ਹੋਵੇਗੀ ਵਿਅਕਤੀ ਉਨਾ ਹੀ ਜਿਹੜਾ ਹੈਗਾ ਵਾ ਜਿਹੜਾ ਹੈਗਾ ਚੁਸਤ ਹੋਵੇਗਾ, ਠੀਕ ਹੈ। ਇੱਥੇ ਆਹ ਵਾਲਾ 9ਵੇਂ ਦਾ ਮਤਲਬ ਇਹ ਮਤਲਬ ਇਹਦੇ ਵਿੱਚ ਆਹੀ ਲਿਖਿਆ ਹੋਇਆ ਵਾ। ਤੇ ਅੱਗੇ ਦੋਸਤੋ ਜਿਹੜਾ ਹੈਗਾ ਵਾ ਇੱਥੇ ਕੀ ਲਿਖਿਆ ਹੋਇਆ ਵਾ ਵੇਟ ਇੱਥੇ ਵੀ ਕੁਛ ਗੜਬੜੀ ਹੈਗੀ ਆ ਕਿ ਨਹੀਂ ਦੇਖਦਾ ਦੋਸਤੋ ਮੈਂ। ਹਾਂਜੀ ਦੋਸਤੋ ਬਿਲਕੁਲ ਠੀਕ ਆ। ਇਹਦਾ ਮਤਲਬ ਇਹ ਆ ਕਿ ਬਈ ਜਿਸ ਕੁੜੀ ਦਾ ਪਿਤਾ ਡਾਕਟਰ ਹੈ ਉਹ ਇੱਥੇ ਰਹਿੰਦੀ ਹੈ। ਤਾਂ ਦੋਸਤੋ ਇਸਦਾ ਆ ਜਾਏਗਾ ਆਪਣਾ ਹੂਜ਼ ਫਾਦਰ ਇਜ਼ ਡਾਕਟਰ, ਜੇ ਕਿ ਦੋਸਤੋ ਇਹ ਐਡਜੈਕਟਿਵ ਕਲਾਉਜ਼ ਹੈ ਇਹਦਾ, ਠੀਕ ਹੈ ਜੀ। ਤੇ 8ਵੇਂ ਦਾ ਜਿਹੜਾ ਇਹ ਦਿੱਤਾ ਹੋਇਆ ਇਹਦਾ ਜਿਹੜਾ ਹੈਗਾ ਜਿਹੜਾ ਐਡਵਰਬ ਕਲਾਉਜ਼ ਕੀ ਆ ਦਾ ਟਾਈਟਰ, ਹਾਂਜੀ ਦਾ ਬੈਲਟ, ਠੀਕ ਹੈ। ਦਾ ਟਾਈਟਰ ਦਾ ਬੈਲਟ ਜੋ ਕਿ ਇਸ ਦਾ ਆਨਸਰ ਇਹ ਹੋਵੇਗਾ, ਠੀਕ ਹੈ ਜੀ। ਤੇ ਹੁਣ ਦੋਸਤੋ ਅਗਲਾ ਦੇਖ ਲੈਂਦੇ ਆ। ਤਾਂ ਅਗਲਾ ਦੋਸਤੋ ਕੀ ਹੈ ਤੇ ਇਹਦਾ ਮਤਲਬ ਦੋਸਤੋ ਇਹੀ ਆ, ਇਹਦਾ ਮਤਲਬ ਇਹੀ ਹੈ ਕਿ ਪੇਟੀ ਜਿੰਨੀ ਸਖਤ ਹੋਵੇਗੀ ਵਿਅਕਤੀ ਉਨਾ ਹੀ ਦੋਸਤੋ ਜਿਹੜਾ ਹੈਗਾ ਚੁਸਤ ਜਿਹੜਾ ਹੋਏਗਾ, ਠੀਕ ਹੈ ਜੀ। ਤਾਂ ਇਸਦਾ ਮਤਲਬ ਕੁਛ ਇਸ ਪ੍ਰਕਾਰ ਤੁਸੀਂ ਕਹਿ ਸਕਦੇ ਹੋ, ਠੀਕ ਹੈ ਜੀ। ਬਾਕੀ ਅਗਲਾ ਇਹ ਦੇਖਦੇ ਹਾਂ ਦੋਸਤੋ, ਅਗਲਾ ਹੈ ਆਪਣਾ ਰੀਡ ਦਾ ਫੋਲੋਇੰਗ ਪੈਸੇਜ, ਠੀਕ ਹੈ ਜੀ। ਤਾਂ ਦੇਖੋ ਦੋਸਤੋ ਦੇਅਰ ਆਰ 3 ਟਾਈਪਸ ਆਫ ਅਮਰੀਕਨ ਰਾਈਸ, ਮਤਲਬ ਦੋਸਤੋ ਇਸ ਨੂੰ ਜਿਹੜਾ ਹੈਗਾ ਤੁਸੀਂ ਪੜ੍ਹਨਾ ਵਾ, ਪੜ੍ਹ ਕੇ ਦੋਸਤੋ ਫਿਰ ਜਿਹੜੇ ਪ੍ਰਸ਼ਨਾਂ ਨੇ, ਠੀਕ ਹੈ ਜੀ, ਉਹਨਾਂ ਦੇ ਤੁਸੀਂ ਉੱਤਰ ਦੇਣੇ ਹਨ, ਠੀਕ ਹੈ ਜੀ। ਤਾਂ ਦੇਖੋ ਦੋਸਤੋ ਮਤਲਬ ਇਹਦੇ ਵਿੱਚ ਦੇਖੋ ਤੁਸੀਂ ਕੀ ਸਭ ਤੋਂ ਪਹਿਲਾਂ ਇਸ ਨੂੰ ਰੀਡ ਕਰ ਲਓ, ਠੀਕ ਹੈ ਜੀ। ਇੱਥੋਂ ਤੋਂ ਲੈ ਕੇ ਇੱਥੇ ਤੱਕ ਚੰਗੀ ਤਰ੍ਹਾਂ ਰੀਡ ਕਰ ਲਓ, ਮੈਂ ਵੀ ਰੀਡ ਕਰ ਲੈਣਾ। ਤਾਂ ਦੋਸਤੋ ਇਹਦੇ ਵਿੱਚ ਆਹੀ ਲਿਖਿਆ ਹੈ ਕਿ ਅਮਰੀਕੀ ਚੌਲਾਂ ਦੀਆਂ ਜਿਹੜੀਆਂ ਹੈਗੀਆਂ ਨੇ 3 ਕਿਸਮਾਂ ਹਨ। ਲੰਬੇ ਦਾਣੇ ਪਤਲੇ ਜਿਹੜੇ ਹੈਗੇ ਆ, ਲੰਬੇ ਦਾਣੇ ਪਤਲੇ ਹੁੰਦੇ ਹਨ ਅਤੇ ਪਕਾਏ ਜਾਣ 'ਤੇ ਦੋਸਤੋ ਜਿਹੜਾ ਹੈਗਾ ਵਾ ਕਿ ਦਾਣੇ ਜਿਹੜੇ ਹੈਗੇ ਆ ਵੱਖਰੇ ਰਹਿੰਦੇ ਹਨ, ਠੀਕ ਹੈ ਜੀ। ਅਤੇ ਇੱਥੇ ਲਿਖਿਆ ਹੈ ਕਿ ਇਹ ਮੁੱਖ ਪਕਵਾਨ ਸਲਾਦ ਅਤੇ ਸੂਪ ਲਈ ਜਿਹੜਾ ਹੈਗਾ ਅਨੁਕੂਲ ਹੈ, ਠੀਕ ਹੈ ਜੀ। ਅਤੇ ਦਰਮਿਆਨਾ ਦੋਸਤੋ ਅਨਾਜ ਲੰਬੇ ਅਨਾਜ ਨਾਲ ਦੋਸਤੋ ਜਿਹੜਾ ਹੈਗਾ ਮੋਟਾ ਅਤੇ ਪਕਾਏ ਜਾਣ ਤੋਂ ਬਾਅਦ ਦੋਸਤੋ ਨਰਮ ਹੁੰਦਾ ਹੈ, ਠੀਕ ਹੈ ਜੀ। ਅਤੇ ਸ਼ਾਰਟ ਗ੍ਰੇਨ ਯਾਨੀ ਕਿ ਛੋਟਾ ਅਨਾਜ ਲਗਭਗ ਗੋਲ ਹੁੰਦਾ ਹੈ। ਪਕਾਏ ਜਾਣ 'ਤੇ ਅਨਾਜ ਜਿਹੜੇ ਹੈਗੇ ਇਕੱਠੇ
यानी कि चिपक जाते हैं। ठीक है, राइस इज आल्सो क्लासीफाइड अकॉर्डिंग टू द वे इट्स प्रोसैस, यानी कि दोस्तों चौलों ਨੂੰ ਇਸ ਦੀ ਜਿਹੜੀ ਹੈਗੀ ਆ ਪ੍ਰਕਿਰਿਆ ਦੀ ਤਰੀਕੇ ਅਨੁਸਾਰ ਵੀ ਸ਼੍ਰੇਣੀਬੱਧ ਕੀਤਾ ਗਿਆ ਹੈ। ਭੂਰੇ ਚੌਲ ਬਰੇਨ ਅਤੇ ਕੀਟਾਣੂ ਨੂੰ ਬਰਕਰਾਰ ਰੱਖਦੇ ਹਨ ਅਤੇ ਇਸ ਲਈ ਦੋਸਤੋ ਵਧੇਰੇ ਜਿਹੜੇ ਹੈਗੇ ਪੌਸ਼ਟਿਕ ਤੱਤ ਉਬਾਲੇ ਹੋਏ ਜਾਂ ਫਿਰ ਦੋਸਤੋ ਬਦਲੇ ਹੋਏ ਚੌਲਾਂ ਨੂੰ ਮਿਲਿੰਗ ਤੋਂ ਜਿਹੜਾ ਹੈਗਾ ਦੋਸਤੋ ਪਹਿਲਾਂ ਭਿੱਜਿਆ ਅਤੇ ਫਿਰ ਜਿਹੜਾ ਹੈਗਾ ਵਾ ਭੁੱਲਿਆ ਅਤੇ ਸੁੱਕਿਆ ਜਾਂਦਾ ਹੈ। ਇਹ ਚਿੱਟੇ ਚੌਲਾਂ ਨਾਲੋਂ ਜ਼ਿਆਦਾ ਪੌਸ਼ਟਿਕ ਤੱਤ ਬਰਕਰਾਰ ਰੱਖਦਾ ਹੈ, ਪਰ ਪਕਾਉਣ ਵਿੱਚ 5 ਤੋਂ 10 ਮਿੰਟ ਜ਼ਿਆਦਾ ਸਮਾਂ ਲੈਂਦਾ ਹੈ। ਪਹਿਲਾਂ ਤੋਂ ਪਕਾਏ ਹੋਏ ਚਿੱਟੇ ਚੌਲਾਂ ਨੂੰ ਪਕਾਇਆ ਜਾਂਦਾ ਹੈ ਅਤੇ ਫਿਰ ਇਹ ਮਿਲਿੰਗ ਤੋਂ ਬਾਅਦ ਜਿਹੜਾ ਹੈਗਾ ਦੋਸਤੋ ਡੀਹਾਈਡਰੇਟ ਕੀਤਾ ਜਾਂਦਾ ਹੈ ਅਤੇ ਇਸ ਨੂੰ ਥੋੜ੍ਹਾ ਜਿਹਾ ਜਿਹੜਾ ਪਕਾਉਣ ਦੀ ਜ਼ਰੂਰਤ ਹੁੰਦੀ ਹੈ। ਠੀਕ ਹੈ, ਤਾਂ ਇਸ ਦਾ ਆਨਸਰ ਇਹ ਇਸ ਦਾ ਮਤਲਬ ਇਹ ਆ। ਅਤੇ ਹੁਣ ਦੋਸਤੋ ਲਿਖਿਆ ਹੋਇਆ ਵਾ ਇਹਨਾਂ ਨੇ ਨਾਓ ਕੰਪਲੀਟ ਦਾ ਨੋਟਸ, ਮਤਲਬ ਆਹ ਜਿਹੜਾ ਦਿੱਤਾ ਹੋਇਆ ਵਾ ਇਸ ਨੂੰ ਤੁਸੀਂ ਪੂਰਾ ਕਰੋ। ਤਾਂ ਦੋਸਤੋ ਚਲੋ ਆਪਾਂ ਦੇਖ ਲੈਂਦੇ ਹਾਂ ਕਿ ਹਾਊ ਇਟ ਲੁਕਸ। ਠੀਕ ਹੈ ਜੀ, ਹਾਊ ਇਟਸ ਪ੍ਰੋਸੈਸ ਕਲਾਸੀਫਿਕੇਸ਼ਨ ਆਫ ਅਮਰੀਕਨ ਰਾਈਸ ਦਾ ਦਿੱਤਾ ਹੈ, ਤਾਂ ਇਸ ਦਾ ਆਨਸਰ ਦੇਖ ਲੈਂਦੇ ਹਾਂ ਦੋਸਤੋ। ਆ ਦੇਖੋ ਦੋਸਤੋ, ਠੀਕ ਹੈ ਜੀ, ਆਹੀ ਹੈ ਨਾ ਪੁੱਛਿਆ ਹੋਇਆ ਤੁਹਾਡੇ ਤੋਂ, ਹਾਊ ਇਟਸ ਲੁੱਕ, ਹਾਊ ਇਟ ਪ੍ਰੋਸੈਸ। ਠੀਕ ਹੈ, ਅਮਰੀਕਨ ਰਾਈਸ ਬਾਰੇ। ਤਾਂ ਦੇਖੋ ਦੋਸਤੋ ਇਸਦਾ ਕੀ ਹਾਊ ਇਟ ਲੁਕਸ। ਠੀਕ ਹੈ ਜੀ, ਤਾਂ ਇਹਦਾ ਹੈਗਾ ਦੋਸਤੋ 3 ਪੁਆਇੰਟ ਨੇ। ਇੱਕ ਤਾਂ ਹੈਗਾ ਲੌਂਗ ਗ੍ਰੇਨ, ਇੱਕ ਹੈਗਾ ਮੀਡੀਅਮ ਗ੍ਰੇਨ, ਇੱਕ ਹੈਗਾ ਦੋਸਤੋ ਆਪਣਾ ਸ਼ਾਰਟ ਗ੍ਰੇਨ। ਠੀਕ ਹੈ ਜੀ, ਯਾਨੀ ਕਿ ਮਤਲਬ ਦੋਸਤੋ ਇਹਦੇ ਵਿੱਚ ਇਹੀ ਹੈ ਕਿ ਇਹ ਜਿਹੜਾ ਹੈਗਾ ਵਾ ਕਿਵੇਂ ਦਿਖਾਈ ਦਿੰਦਾ ਹੈ। ਠੀਕ ਹੈ ਜੀ, ਤਾਂ ਇੱਕ ਤਾਂ ਹੈਗਾ ਦੋਸਤੋ ਲੌਂਗ ਗ੍ਰੇਨ ਦੇ ਵਿੱਚ ਇਹ ਹੈਗਾ ਦੋਸਤੋ ਆਪਣਾ ਦੇਖ ਲਓ, ਮਤਲਬ ਲੌਂਗ ਮਤਲਬ ਦੋਸਤੋ ਲੰਬੇ ਅਨਾਜ। ਲੰਬੇ ਅਨਾਜ ਦੋਸਤੋ ਕੀ ਨੇ? ਸਿਲੰਡਰ ਰਿਮੇਨ ਸੈਪਰੇਟ ਵੈਨ ਕੁਕਡ ਐਂਡ ਸੂਟਡ ਫੋਰ ਮੇਨ ਡਿਸ਼ਿਜ਼ ਸਲਾਦ ਐਂਡ ਸੂਪਸ, ਯਾਨੀ ਕਿ ਪਤਲੇ ਜਿਹੜੇ ਹੈਗੇ ਪਕਾਏ ਜਾਣ ਤੋਂ ਬਾਅਦ ਲੰਬੇ ਅਨਾਜ ਜਿਹੜੇ ਹੈਗੇ ਪਤਲੇ ਪਕਾਏ ਜਾਣ ਤੋਂ ਵੱਖਰਾ ਰਹੇ ਅਤੇ ਮੁੱਖ ਪਕਵਾਨਾਂ ਸਲਾਦ ਅਤੇ ਸੂਪ ਲਈ ਜਿਹੜਾ ਹੈਗਾ ਅਨੁਕੂਲ ਹੋਵੇ। ਅੱਗੇ ਮੀਡੀਅਮ ਦੇ ਵਿੱਚ ਦੋਸਤੋ ਪਲੰਪਰ ਦੈਨ ਲੌਂਗ ਗ੍ਰੇਨ ਐਂਡ ਇਜ਼ ਮੋਰ ਟੈਂਡਰ ਵੈਨ ਕੁਕਡ। ਠੀਕ ਹੈ ਜੀ, ਯਾਨੀ ਕਿ ਜਿਹੜੇ ਹੈਗੇ ਲੰਬੇ ਅਨਾਜ ਨਾਲੋਂ ਜਿਹੜਾ ਹੈਗਾ ਵਾ ਜਿਹੜੇ ਦਰਮਿਆਨੇ ਨੇ ਮੀਡੀਅਮ ਵਾਲੇ। ਠੀਕ ਹੈ ਜੀ, ਲੰਬੇ ਅਨਾਜ ਨਾਲੋਂ ਦੋਸਤੋ ਜਿਹੜਾ ਹੈਗਾ ਮੁੱਲਪਰ ਅਤੇ ਜਦੋਂ ਜ਼ਿਆਦਾ ਨਰਮ ਹੁੰਦਾ ਹੈ। ਠੀਕ ਹੈ ਜੀ, ਪਕਾਇਆ ਜਾਵੇ। ਤਾਂ ਦੋਸਤੋ ਅਗਲਾ ਪ੍ਰਸ਼ਨ ਕੀ ਹੈ ਇਹਦੇ ਵਿੱਚ? ਅਗਲਾ ਪੁਆਇੰਟ ਕੀ? ਸ਼ਾਰਟ ਗ੍ਰੇਨ। ਤਾਂ ਦੋਸਤੋ ਛੋਟਾ ਅਨਾਜ ਦੋਸਤੋ ਲਗਭਗ ਗੋਲ ਅਤੇ ਪਕਾਏ ਜਾਣ 'ਤੇ ਇਕੱਠੇ ਚਿਪਕ ਜਾਂਦੇ ਹਨ। ਅਤੇ ਹਾਊ ਇਟ ਪ੍ਰੋਸੈਸਡ। ਤਾਂ ਦੇਖੋ ਦੋਸਤੋ ਬਰਾਊਨ ਰਾਈਸ ਮਤਲਬ ਦੋਸਤੋ ਕੀ ਹੁੰਦੇ ਆ? ਭੂਰੇ ਚੌਲ। ਠੀਕ ਹੈ ਜੀ, ਰਿਟੇਨ ਦਾ ਬ੍ਰੇਨ ਐਂਡ ਜਮ ਐਂਡ ਦੇਅਰ ਫੋਰ ਹੈਜ਼ ਮੋਰ ਨਿਊਟ੍ਰੀਐਂਟ। ਠੀਕ ਹੈ ਜੀ, ਯਾਨੀ ਕਿ ਦੋਸਤੋ ਛਾਣ ਅਤੇ ਕੀਟਾਣੂ ਨੂੰ ਬਰਕਰਾਰ ਰੱਖਦਾ ਹੈ, ਇਸ ਲਈ ਵਧੇਰੇ ਪੌਸ਼ਟਿਕ ਤੱਤ ਹੁੰਦੇ ਹਨ। ਅੱਗੇ ਦੋਸਤੋ ਪਰ ਬੋਇਲਡ ਔਰ ਕਨਵਰਟਡ ਰਾਈਸ, ਯਾਨੀ ਕਿ ਉਬਾਲੇ ਜਾਂ ਫਿਰ ਦੋਸਤੋ ਬਦਲੇ ਹੋਏ ਚੌਲ। ਤਾਂ ਦੇਖੋ ਦੋਸਤੋ ਸੋਕਡ ਸਟੀਮਡ ਐਂਡ ਡਰਾਈਡ ਬਿਫੋਰ ਮੀਲਿੰਗ ਇਟ ਰਿਟੇਨ ਮੋਰ ਨਿਊਟ੍ਰੀਐਂਟਸ ਦੈਨ ਵਾਈਟ ਰਾਈਸ ਐਂਡ ਟੇਕ 5 to 10 ਮਿੰਟਸ ਲੌਂਗਰ ਟੂ ਕੁੱਕ, ਯਾਨੀ ਕਿ ਦੋਸਤੋ ਮੀਲਿੰਗ ਤੋਂ ਪਹਿਲਾਂ ਭਿੱਜੀਆਂ ਭੁੱਲੀਆਂ ਅਤੇ ਸੁੱਕੀਆਂ ਇਹ ਚਿੱਟੇ ਚੌਲਾਂ ਨਾਲੋਂ ਦੋਸਤੋ ਜ਼ਿਆਦਾ ਪੌਸ਼ਟਿਕ ਤੱਤ ਬਰਕਰਾਰ ਰੱਖਦਾ ਹੈ। 5 ਤੋਂ 10 ਮਿੰਟ ਇਹ ਜ਼ਿਆਦਾ ਸਮਾਂ ਲੈਂਦਾ ਹੈ ਪਕਾਉਣ ਲਈ। ਅੱਗੇ ਦੋਸਤੋ ਵਾਈਟ ਰਾਈਸ, ਤਾਂ ਕੁੱਕ ਐਨੀ ਡੀਹਾਈਡਰੇਟਡ ਆਫਟਰ ਮਿਲਿੰਗ ਐਂਡ ਨੀਡ ਲਿਟਲ ਕੁਕਿੰਗ, ਮਤਲਬ ਦੋਸਤੋ ਇਹਦੇ ਵਿੱਚ ਇਹ ਹੈ ਕਿ ਚਿੱਟੇ ਚੌਲ ਠੀਕ ਹੈ ਮਿਲਿੰਗ ਤੋਂ ਬਾਅਦ ਦੋਸਤੋ ਪਕਾਏ ਅਤੇ ਡੀਹਾਈਡਰੇਟ ਕੀਤੇ ਜਾਂਦੇ ਹਨ। ਬਹੁਤ ਹੀ ਘੱਟ ਲੋੜ ਹੁੰਦੀ ਹੈ ਇਹਨਾਂ ਨੂੰ ਮਤਲਬ ਇਸ ਨੂੰ ਪਕਾਉਣ ਦੇ ਲਈ। ਠੀਕ ਹੈ ਜੀ, ਤੇ ਹੁਣ ਦੋਸਤੋ ਆਪਣਾ ਇਹ ਹੋ ਗਿਆ, ਇਹ ਪ੍ਰਸ਼ਨ ਹੋ ਗਿਆ। ਹੁਣ ਅਗਲਾ ਦੋਸਤੋ ਕੀ ਹੈ? ਅਗਲਾ ਹੈ ਦੋਸਤੋ ਇੰਡੀਅਨ ਆਇਲ। ਤਾਂ ਇਹਦੇ ਵਿੱਚ ਦੋਸਤੋ ਕੀ ਹੈ, ਤੁਸੀਂ ਇਸ ਨੂੰ ਪੜ੍ਹਨਾ ਵਾ ਅਤੇ ਮੇਨ ਪੁਆਇੰਟਸ ਇਸ ਦੇ ਦੱਸਣੇ ਹਨ। ਤਾਂ ਦੋਸਤੋ ਇਸ ਨੂੰ ਤੁਸੀਂ 2 ਮਿੰਟ ਲਈ ਜਿਹੜਾ ਹੈਗਾ ਸਕਰੀਨ ਨੂੰ ਜਿਹੜਾ ਹੈਗਾ ਰੋਕੋ। ਠੀਕ ਹੈ, ਮੇਨ ਪੁਆਇੰਟਸ ਦੇ ਜਿਹੜੇ ਹੈਗਾ ਤੁਸੀਂ ਦੱਸਣੇ ਹਨ। ਜਿਵੇਂ ਕਿ ਇਹਦੇ ਵਿੱਚ ਇਹਨਾਂ ਨੇ ਪ੍ਰਸ਼ਨ ਹੀ ਪੁੱਛ ਲਿਆ, ਆ ਦੇਖ ਲਓ ਕਿ ਇਹਦੇ ਵਿੱਚ ਆਹ ਨੰਬਰ ਆਫ ਰੋਡਸ ਦੱਸੋ। ਠੀਕ ਹੈ, ਪਰਸੈਂਟੇਜ ਆਫ ਐਕਸੀਡੈਂਟ ਡੈਥ। ਠੀਕ ਹੈ, ਮਨੀ ਸਪੈਂਡ ਕਿੰਨਾ ਹੋਇਆ। ਠੀਕ ਹੈ ਜੀ, ਤੇ ਇਹਦੇ ਬਾਅਦ ਦੋਸਤੋ ਫਿਰ ਪ੍ਰੋਬਲਮਾਂ ਨੇ ਇਹਨਾਂ ਦੀ ਸੋਲੂਸ਼ਨ ਦੱਸੋ। ਠੀਕ ਹੈ ਜੀ, ਇਸ ਪ੍ਰਕਾਰ ਇਹਨਾਂ ਨੇ ਦੱਸਿਆ ਹੋਇਆ ਵਾ। ਤਾਂ ਦੋਸਤੋ ਇਸ ਲਈ ਤੁਸੀਂ ਆਹ ਜਿਹੜਾ ਹੈਗਾ ਪੈਰਾ ਵਾ ਨਾ ਇਸ ਨੂੰ ਚੰਗੀ ਤਰ੍ਹਾਂ ਪੜ੍ਹ ਲਓ, ਫਿਰ ਆਪਾਂ ਇਹਨਾਂ ਦੇ ਆਨਸਰ ਦੇਖਾਂਗੇ। ਜਦ ਤੱਕ ਮੈਂ ਵੀ ਪੜ੍ਹ ਮਤਲਬ ਦੋਸਤੋ ਇਹਦੇ ਵਿੱਚ ਨਾ ਇਹ ਲਿਖਿਆ ਹੈ ਕਿ ਕੇਂਦਰੀ ਟਰਾਂਸਪੋਰਟ ਮੰਤਰਾਲੇ ਅਨੁਸਾਰ ਦੋਸਤੋ ਕੀ ਹੈ, ਹਾਲਾਂਕਿ ਬੱਸਾਂ ਭਾਰਤ ਦੇ ਵਾਹਨਾਂ ਦਾ ਸਿਰਫ ਜਿਹੜਾ ਹੈਗਾ ਵਾ 1.2% ਬਣਦੀਆਂ ਹਨ। 2002 ਦੇ ਵਿੱਚ ਦੋਸਤੋ ਕੀ ਹੋਇਆ ਕਿ ਮਤਲਬ 2002 ਵਿੱਚ ਜਿਹੜਾ ਹੈਗਾ ਉਹ 11% ਤੋਂ ਵੱਧ ਸੜਕਾਂ ਹਾਦਸਿਆਂ ਅਤੇ ਦੋਸਤੋ 13% ਮੌਤਾਂ ਲਈ ਜ਼ਿੰਮੇਵਾਰ ਸਨ। ਭਾਰਤ ਵਿੱਚ ਸੜਕ ਹਾਦਸਿਆਂ ਵਿੱਚ ਹਰ ਸਾਲ ਲਗਭਗ 85,000 ਲੋਕ ਮਰਦੇ ਹਨ। ਇਸ ਸਭ ਦੀ ਸਮਾਜਿਕ ਕੀਮਤ ਇੱਕ ਬਹੁਤ ਜ਼ਿਆਦਾ ਹੈ, 55,000 ਕਰੋੜ ਰੁਪਏ। ਭਾਰਤ ਵਿੱਚ ਜਿਵੇਂ ਕਿ ਏਸ਼ੀਆ ਵਿੱਚ ਡਰਾਈਵਰ ਮੁੱਖ ਦੋਸ਼ੀ ਹਨ। ਠੀਕ ਹੈ ਜੀ, 78% ਹਾਦਸਿਆਂ ਦਾ ਕਾਰਨ ਦੋਸਤੋ ਡਰਾਈਵਰ ਦੀ ਗਲਤੀ ਹੈ। ਹਾਲਾਂਕਿ ਸੜਕ ਸੁਰੱਖਿਆ ਨੂੰ ਸਿਖਾਉਣ ਲਈ ਪ੍ਰੋਗਰਾਮ ਹਨ, ਸਿਰਫ ਬਹੁਤ ਹੀ ਘੱਟ ਡਰਾਈਵਰ ਇਸ ਵਿੱਚ ਜਿਹੜੇ ਹੈਗੇ ਸ਼ਾਮਿਲ ਹੁੰਦੇ ਹਨ। ਦਰਅਸਲ ਦੋਸਤੋ ਜਿਹੜਾ ਹੈਗਾ IIT ਠੀਕ ਹੈ ਜੀ, ਕੀ ਲਿਖਿਆ ਹੋਇਆ ਇਹਨਾਂ ਨੇ? ਹਾਂਜੀ, ਤਾਂ ਦੋਸਤੋ ਇਹਦੇ ਵਿੱਚ ਲਿਖਿਆ ਹੋਇਆ ਵਾ ਆਪਣਾ IIT ਕਾਨਪੁਰ ਦੇ ਡਾਕਟਰ ਸੰਜੇ ਸਿੰਘ ਅਤੇ ਕੇ ਸਿੰਘ ਅਤੇ ਟਰਾਂਸਪੋਰਟ ਵਿਸ਼ੇ ਦੇ ਮਾਹਿਰ ਦਾ ਕਹਿਣਾ ਹੈ ਕਿ ਭਾਰਤ ਵਿੱਚ ਬੱਸ ਸੁਰੱਖਿਆ ਉਦੋਂ ਤੱਕ ਨਹੀਂ ਸੁਧਰੇਗੀ ਜਦੋਂ ਡਰਾਈਵਰ ਆਰਥਿਕ ਤੌਰ 'ਤੇ ਦੋਸਤੋ ਬਿਹਤਰ ਨਹੀਂ ਹੁੰਦੇ ਅਤੇ ਜ਼ਿਆਦਾ ਕੰਮ ਨਹੀਂ ਕਰਦੇ। ਇਸ ਤੋਂ ਇਲਾਵਾ ਉਹ ਕਹਿੰਦਾ ਹੈ ਕਿ ਸਾਈਕਲ ਸਵਾਰਾਂ ਅਤੇ ਦੋਸਤੋ ਕੀ ਹੈ ਹਾਂਜੀ ਹੈਂਡ ਕਾਰਟਸ ਲਈ ਦੋਸਤੋ ਜਿਹੜਾ ਹੈਗਾ ਵਾ ਵਿਸ਼ੇਸ਼ ਲੇਨਾਂ ਅਤੇ ਪੈਦਲ ਚੱਲਣ ਵਾਲਿਆਂ ਲਈ ਉਚਿਤ ਫੁੱਟਪਾਥਾਂ ਦੇ ਨਾਲ ਦੋਸਤੋ ਸੜਕ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨਾ ਚਾਹੀਦਾ ਹੈ। ਤਾਂ ਦੋਸਤੋ ਹੁਣ ਦੇਖੋ ਪ੍ਰਸ਼ਨ ਕੀ ਪਹਿਲਾਂ ਨਿਕਲ ਕਰ ਆ ਰਿਹਾ ਵਾ ਕਿ ਰਿਪੋਰਟ ਔਨ ਰੋਡ ਐਕਸੀਡੈਂਟ ਫਰੋਮ ਟਰਾਂਸਪੋਰਟ ਮਿਨਿਸਟਰੀ 2002। ਠੀਕ ਹੈ ਜੀ, ਯਾਨੀ ਕਿ ਦੋਸਤੋ ਇਹਦੇ ਵਿੱਚ ਇਹੀ ਲਿਖਿਆ ਹੋਇਆ ਵਾ
ਕਿ ਬਈ ਜਿਹੜੀ ਹੈਗੀ ਆ ਨਾ ਟਰਾਂਸਪੋਰਟ ਮੰਤਰਾਲੇ 2002 ਤੋਂ ਸੜਕ ਹਾਦਸਿਆਂ ਬਾਰੇ ਰਿਪੋਰਟ ਦਿਓ। ਤਾਂ ਪਹਿਲਾ ਪ੍ਰਸ਼ਨ ਕੀ ਹੈ ਕਿ ਨੰਬਰ ਆਫ ਰੋਡ ਐਕਸੀਡੈਂਟ ਈਚ ਈਅਰ, ਠੀਕ ਹੈ। ਤਾਂ ਇਸਦਾ ਆਨਸਰ ਦੇਖ ਲੈਂਦੇ ਹਾਂ ਅਸੀਂ। ਤਾਂ ਦੋਸਤੋ ਦੇਖੋ ਇਹ ਆਪਣਾ ਪ੍ਰਸ਼ਨ ਸੀਗਾ ਨਾ ਪਹਿਲਾ, ਠੀਕ ਹੈ ਜੀ, ਯਾਨੀ ਕਿ ਨੰਬਰ ਆਫ ਰੋਡ ਐਕਸੀਡੈਂਟ ਈਚ ਈਅਰ, ਠੀਕ ਹੈ ਜੀ, ਆਹੀ ਸੀਗਾ, ਇੱਕ ਵਾਰੀ ਮਿਲਾ ਲਓ। ਹਾਂਜੀ ਆਹੀ ਦੋਸਤੋ ਪ੍ਰਸ਼ਨ ਆਪਣਾ, ਠੀਕ ਹੈ ਜੀ। ਤਾਂ ਇਸਦਾ ਆਨਸਰ ਦੇਖੋ ਦੋਸਤੋ ਕੀ ਆ ਜਾਏਗਾ, ਅਰਾਊਂਡ 85,000 ਪੀਪਲ, ਠੀਕ ਹੈ ਜੀ, ਯਾਨੀ ਕਿ ਹਰ ਸਾਲ ਜਿਹੜਾ ਹੈਗਾ ਸੜਕ ਦੀ ਹਾਦਸਿਆਂ ਵਿੱਚ ਲਗਭਗ 85,000 ਲੋਕ ਜਿਹੜੇ ਹੈਗੇ ਆ ਮਤਲਬ ਐਕਸੀਡੈਂਟ ਹੋਏ, ਠੀਕ ਹੈ ਜੀ। ਅੱਗੇ ਹੈ ਆਪਣਾ ਅਗਲਾ ਪ੍ਰਸ਼ਨ ਪੁੱਛਿਆ ਸੀਗਾ ਇਹਨਾਂ ਨੇ। ਅਗਲਾ ਪ੍ਰਸ਼ਨ ਦੋਸਤੋ ਕੀ ਹੈ ਕਿ ਪਰਸੈਂਟੇਜ ਐਕਸੀਡੈਂਟ ਬਾਈ ਬੱਸ ਡਰਾਈਵਰਸ, ਠੀਕ ਹੈ ਜੀ, ਬੱਸ ਡਰਾਈਵਰ ਦੁਆਰਾ ਜਿਹੜਾ ਹੈਗਾ ਵਾ ਕਿੰਨੀ ਪਰਸੈਂਟੇਜ ਦੁਰਘਟਨਾਵਾਂ ਹੋਈਆਂ। ਤਾਂ ਦੋਸਤੋ ਇਸ ਦਾ ਆਨਸਰ ਤੁਸੀਂ ਦੇਖ ਸਕਦੇ ਹੋ ਕਿ 78% ਐਕਸੀਡੈਂਟ, ਯਾਨੀ ਕਿ 78% ਹਾਦਸੇ, ਠੀਕ ਹੈ ਜੀ। ਅਗਲਾ ਦੋਸਤੋ ਪ੍ਰਸ਼ਨ ਕੀ ਪੁੱਛਿਆ ਹੋਇਆ ਸੀਗਾ ਕਿ ਡੈਥ ਕਾਊਜ਼ਡ ਮਤਲਬ ਵਟ ਪਰਸੈਂਟੇਜ ਡੈਥ ਕਾਊਜ਼ਡ ਬਾਈ ਦਿਸ ਐਕਸੀਡੈਂਟ, ਠੀਕ ਹੈ ਜੀ। ਤਾਂ ਦੋਸਤੋ ਇਹਦਾ ਆਨਸਰ ਦੇਖ ਸਕਦੇ ਹੋ ਕਿ ਕੀ ਆ ਜਾਏਗਾ, ਇਹਦਾ ਆ ਜਾਏਗਾ ਦੋਸਤੋ 13% ਡੈਥ। ਅਗਲਾ ਦੋਸਤੋ ਪ੍ਰਸ਼ਨ ਕੀ ਹੈ, ਅਗਲਾ ਦੋਸਤੋ ਸੀਗਾ ਆਪਣਾ ਕਿ ਮਨੀ ਸਪੈਂਟ ਔਨ ਪ੍ਰੋਬਲਮ ਰਿਲੇਟਡ ਟੂ ਐਕਸੀਡੈਂਟ, ਯਾਨੀ ਕਿ ਹਾਦਸੇ ਨਾਲ ਸੰਬੰਧਿਤ ਸਮੱਸਿਆਵਾਂ ਤੇ ਖਰਚਿਆ ਪੈਸਾ। ਤਾਂ ਦੋਸਤੋ ਇਸਦਾ ਆਨਸਰ ਦੇਖ ਲਓ ਕੀ ਹੈ। ਤਾਂ ਇਸਦਾ ਆਨਸਰ ਦੋਸਤੋ ਆ ਜਾਏਗਾ ਆਪਣਾ 55 ਕਰੋੜ, ਠੀਕ ਹੈ ਜੀ, 55,000 ਕਰੋੜ ਸੌਰੀ। ਤਾਂ 55,000 ਕਰੋੜ ਰੁਪਏ ਜਿਹੜਾ ਹੈਗਾ ਇਹਦਾ ਆਨਸਰ ਹੋ ਜਾਏਗਾ। ਤੇ ਹੁਣ ਦੋਸਤੋ ਆਪਣਾ ਕੀ ਹੈ ਅਗਲਾ ਸੋਲੂਸ਼ਨ। ਤਾਂ ਦੇਖੋ ਦੋਸਤੋ ਕੀ ਪ੍ਰੋਬਲਮਾਂ ਨੇ, ਉਹਨਾਂ ਦੀ ਸੋਲੂਸ਼ਨਾਂ ਦੇਖੋ। ਪਹਿਲਾ ਹੈਗਾ ਟ੍ਰੇਨਿੰਗ ਡਰਾਈਵਰਸ, ਠੀਕ ਹੈ ਜੀ। ਤਾਂ ਟ੍ਰੇਨਿੰਗ ਡਰਾਈਵਰਸ ਦਾ ਦੇਖ ਲਓ ਦੋਸਤੋ ਕੀ ਹੈ ਕਿ ਅਬਾਊਟ ਰੋਡ ਸੇਫਟੀ ਪ੍ਰੋਬਲਮਸ ਵੈਰੀ ਫਿਊ ਡਰਾਈਵਰਸ ਅਟੈਂਡ ਦਾ ਰੋਡ ਸੇਫਟੀ ਪ੍ਰੋਗਰਾਮ, ਠੀਕ ਹੈ ਜੀ, ਯਾਨੀ ਕਿ ਬਈ ਜਿਹੜਾ ਹੈਗਾ ਵਾ ਟ੍ਰੇਨਿੰਗ ਡਰਾਈਵਰ ਸੜਕ ਸੁਰੱਖਿਆ ਸਮੱਸਿਆ ਬਾਰੇ ਬਹੁਤ ਹੀ ਘੱਟ ਡਰਾਈਵਰ ਜਿਹੜਾ ਹੈਗਾ ਸੜਕ ਸੁਰੱਖਿਆ ਪ੍ਰੋਗਰਾਮ ਵਿੱਚ ਜਿਹੜਾ ਹੈਗਾ ਸ਼ਾਮਿਲ ਹੁੰਦੇ ਹਨ। ਅੱਗੇ ਕੰਡੀਸ਼ਨ ਆਫ ਡਰਾਈਵਰ ਤੇ ਬੈਟਰ ਰੋਡਸ ਹਾਊ, ਠੀਕ ਹੈ ਜੀ। ਤਾਂ ਆਹੀ ਆਪਣਾ ਦੋਨੋਂ ਹੈਗਾ ਨਾ, ਦੇਖ ਲਓ ਕੰਡੀਸ਼ਨ ਆਫ ਡਰਾਈਵਰਸ ਬੈਟਰ ਰੋਡਸ ਹਾਊ, ਠੀਕ ਹੈ। ਤਾਂ ਦੋਸਤੋ ਦੋਨਾਂ ਦਾ ਹੀ ਆਨਸਰ ਦੇਖ ਲੈਂਦੇ ਆ। ਤਾਂ ਕੰਡੀਸ਼ਨ ਆਫ ਡਰਾਈਵਰ ਇਕਨੋਮਿਕਲੀ ਨਾਟ ਬੈਟਰ ਓਵਰਵਰਕਡ, ਠੀਕ ਹੈ ਜੀ, ਯਾਨੀ ਕਿ ਦੋਸਤੋ ਕਿ ਬਈ ਡਰਾਈਵਰਾਂ ਦੀ ਹਾਲਤ ਆਰਥਿਕ ਤੌਰ 'ਤੇ ਦੋਸਤੋ ਬਿਹਤਰ ਨਹੀਂ ਹੈ, ਜ਼ਿਆਦਾ ਕੰਮ ਕੀਤਾ ਜਾਂਦਾ ਹੈ, ਠੀਕ ਹੈ ਜੀ। ਤੇ ਮਤਲਬ ਓਵਰਵਰਕਡ ਮਤਲਬ ਜ਼ਿਆਦਾ ਕੰਮ, ਠੀਕ ਹੈ ਜੀ। ਅੱਗੇ ਦੋਸਤੋ ਬੈਟਰ ਰੋਡ ਹਾਊ, ਠੀਕ ਹੈ ਜੀ, ਯਾਨੀ ਕਿ ਦੋਸਤੋ ਬਿਹਤਰ ਸੜਕਾਂ ਕਿਵੇਂ ਹੋ ਸਕਦੀਆਂ ਨੇ। ਤਾਂ ਦੇਖੋ ਦੋਸਤੋ ਰੋਡ ਇਨਫਰਾਸਟ੍ਰਕਚਰ ਮਸਟ ਇੰਪਰੂਵ ਵਿਦ ਸਪੈਸ਼ਲ ਲੇਨ ਫॉर ਸਾਈਕਲਿਸਟ ਐਂਡ ਹੈਂਡ ਕਾਰਟਸ, ਠੀਕ ਹੈ ਜੀ, ਐਂਡ ਪ੍ਰੋਪਰ ਫੁੱਟਪਾਥਸ ਫॉर ਜਿਹੜਾ ਲਿਖਿਆ ਹੋਇਆ ਦੋਸਤੋ ਆਪਣਾ ਪੈਡੀ ਸਟ੍ਰੇਨਸ, ਠੀਕ ਹੈ ਜੀ, ਯਾਨੀ ਕਿ ਦੋਸਤੋ ਉਹਨਾਂ ਸਾਈਕਲ ਸਵਾਰਾਂ ਅਤੇ ਦੋਸਤੋ ਹੈਡ ਜਿਹੜੇ ਹੈਗੇ ਆਪਣੇ ਹੈਡ ਕਾਰਟਸ ਲਈ ਦੋਸਤੋ ਵਿਸ਼ੇਸ਼ ਲੇਨਾਂ ਅਤੇ ਉਚਿਤ ਫੁੱਟਪਾਥਾਂ ਨਾਲ ਦੋਸਤੋ ਸੜਕੀ ਢਾਂਚੇ ਵਿੱਚ ਜਿਹੜਾ ਹੈਗਾ ਸੁਧਾਰ ਹੋਣਾ ਚਾਹੀਦਾ ਹੈ, ਤੇ ਪੈਦਲ ਚੱਲਣ ਵਾਲਿਆਂ ਦੇ ਲਈ ਵੀ, ਠੀਕ ਹੈ ਜੀ। ਤਾਂ ਇਸਦਾ ਆਨਸਰ ਇਸ ਪ੍ਰਕਾਰ ਤੁਸੀਂ ਲਿਖ ਸਕਦੇ ਹੋ। ਤੇ ਅੱਗੇ ਹੈ ਦੋਸਤੋ ਆਪਣਾ ਰਾਈਟ ਅ ਪੈਰਾਗ੍ਰਾਫ ਐਨੀ 10-12 ਲਾਈਨ ਟੇਕਿੰਗ ਹੈਲਪ ਆਫ ਦ ਹਿੰਟ ਗਿਵਨ, ਠੀਕ ਹੈ ਜੀ। ਤਾਂ ਦੇਖੋ ਦੋਸਤੋ ਪੈਰਾਗ੍ਰਾਫ ਆ ਅਰੁਣਾ ਆਸਿਫ ਅਲੀ ਦਾ, ਠੀਕ ਹੈ ਜੀ। ਤਾਂ ਦੋਸਤੋ ਇਸਦਾ ਆਪਾਂ ਪੈਰਾਗ੍ਰਾਫ ਦੇਖ ਲੈਂਦੇ ਹਾਂ ਸਿੱਧਾ। ਤਾਂ ਦੇਖੋ ਦੋਸਤੋ ਅਰੁਣਾ ਆਸਿਫ ਅਲੀ ਆਹੀ ਹੈਗਾ ਵਾ। ਤਾਂ ਅਰੁਣਾ ਆਸਿਫ ਅਲੀ ਇਜ਼ ਨੋਨ ਐਜ਼ ਦ ਗ੍ਰੈਂਡ ਓਲਡ ਲੇਡੀ ਆਫ ਇੰਡੀਆ, ਠੀਕ ਹੈ ਜੀ, ਯਾਨੀ ਕਿ ਅਰੁਣਾ ਆਸਿਫ ਅਲੀ ਨੂੰ ਭਾਰਤ ਦੀ ਜਿਹੜੀ ਹੈਗਾ ਗ੍ਰੈਂਡ ਓਲਡ ਲੇਡੀ ਵਜੋਂ ਜਿਹੜਾ ਹੈਗਾ ਜਾਣਿਆ ਜਾਂਦਾ ਹੈ। ਸ਼ੀ ਟੁੱਕ ਐਕਟਿਵ ਪਾਰਟ ਇਨ ਦਾ ਇੰਡੀਪੈਂਡੈਂਸ ਮੂਵਮੈਂਟ, ਠੀਕ ਹੈ, ਉਸਨੇ ਆਜ਼ਾਦੀ ਅੰਦੋਲਨ ਵਿੱਚ ਸਰਗਰਮ ਹਿੱਸਾ ਲਿਆ। ਸ਼ੀ ਵਾਜ਼ ਬੋਰਨ ਇਨ ਐਨ ऑर्थोडॉक्स हिंदू बंगाली फैमिली इन 1909 एट ਕਾਲਕਾ, ਠੀਕ ਹੈ ਜੀ, ਕਾਲਕਾ, ਹਾਂਜੀ ਕਾਲਕਾ ਲਿਖਿਆ ਹੋਇਆ ਵਾ। ਮਤਲਬ ਦੋਸਤੋ ਕਾਲਕਾ ਵਿਖੇ ਜਿਹੜਾ ਹੈਗਾ ਉਸਦਾ ਜਨਮ ਜਿਹੜਾ ਹੈਗਾ ਦੋਸਤੋ ਕਾਲਕਾ ਵਿਖੇ 1909 ਵਿੱਚ ਜਿਹੜਾ ਹੈਗਾ ਇੱਕ ਕੱਟੜ ਹਿੰਦੂ ਬੰਗਾਲੀ ਪਰਿਵਾਰ ਵਿੱਚ ਜਿਹੜਾ ਹੈਗਾ ਹੋਇਆ ਸੀ, ਠੀਕ ਹੈ ਜੀ। ਤੇ ਸ਼ੀ ਮੈਰਿਡ ਆ ਮੁਸਲਿਮ, ਠੀਕ ਹੈ ਜੀ, ਮਿਸਟਰ ਅਸੀਫ ਅਲੀ, ਠੀਕ ਹੈ ਜੀ। ਉਹਦਾ ਜਿਹੜਾ ਹੈਗਾ ਵਾ ਵਿਆਹ ਦੋਸਤੋ ਕਿਹਦੇ ਨਾਲ ਹੋਇਆ, ਤਾਂ ਉਸਨੇ ਇੱਕ ਮੁਸਲਮਾਨ ਸ਼੍ਰੀ ਜਿਹੜਾ ਹੈਗਾ ਅਸੀਫ ਅਲੀ ਨਾਲ ਵਿਆਹ ਜਿਹੜਾ ਹੈਗਾ ਕੀਤਾ, ਠੀਕ ਹੈ ਜੀ। ਦਸ ਬ੍ਰੇਕਿੰਗ ਆਲ ਕਨਵੈਨਸ਼ਨ ਰਿਗਾਰਡਿੰਗ ਮੈਰਿਜ ਹਰ ਹਸਬੈਂਡ ਮਿਸਟਰ ਅਸੀਫ ਅਲੀ was also involved in the freedom struggle. Aruna Asif Ali took part in salt ਸੱਤਿਆਗ੍ਰਹਿ ਅੰਡਰ ਦਾ ਲੀਡਰਸ਼ਿਪ ਆਫ ਗਾਂਧੀ ਜੀ, ਠੀਕ ਹੈ ਜੀ। ਤਾਂ ਇਸੇ ਤਰ੍ਹਾਂ ਵਿਆਹ ਦੇ ਸੰਬੰਧ ਵਿੱਚ ਸਾਰੇ ਪਰੰਪਰਾਵਾਂ ਨੂੰ ਤੋੜ ਦਿੱਤਾ, ਠੀਕ ਹੈ ਜੀ। ਤੇ ਉਹਨਾਂ ਦੇ ਪਤੀ ਸ਼੍ਰੀ ਅਸੀਫ ਅਲੀ ਵੀ ਆਜ਼ਾਦੀ ਸੰਗਰਾਮ ਵਿੱਚ ਜਿਹੜੇ ਹੈਗਾ ਸ਼ਾਮਿਲ ਸਨ। ਅਰੁਣਾ ਆਸਿਫ ਅਲੀ ਨੇ ਗਾਂਧੀ ਜੀ ਦੀ ਜਿਹੜੀ ਹੈਗੀ ਅਗਵਾਈ ਵਿੱਚ ਸੱਤਿਆਗ੍ਰਹਿ ਵਿੱਚ ਵੀ ਜਿਹੜਾ ਹੈਗਾ ਹਿੱਸਾ ਲਿਆ ਸੀ। ਅੱਗੇ ਦੋਸਤੋ ਸ਼ੀ ਐਡਰੈਸ ਮੈਨੀ ਪਬਲਿਕ ਮੀਟਿੰਗ ਐਂਡ ਲੈਡ processions for the cause of Indian independence from the British rule. As a result, she was sentenced to 1 year imprisonment, but she did not give up the cause which she was fighting against the British rule. She was again sentenced to jail. मतलब दोस्तों उसने ਜਿਹੜਾ ਹੈਗਾ ਬ੍ਰਿਟਿਸ਼ ਸ਼ਾਸਨ ਤੋਂ ਜਿਹੜਾ ਹੈਗਾ ਭਾਰਤ ਦੀ ਆਜ਼ਾਦੀ ਦੇ ਕਾਰਨ ਲਈ ਦੋਸਤੋ ਕਈ ਜਿਹੜੇ ਹੈਗੇ ਆ ਜਨਤਕ ਮੀਟਿੰਗਾਂ ਨੂੰ ਸੰਬੋਧਿਤ ਕੀਤਾ ਅਤੇ ਜੁਲੂਸਾਂ ਦੀ ਅਗਵਾਈ ਕੀਤੀ। ਨਤੀਜੇ ਵਜੋਂ ਦੋਸਤੋ ਉਸਨੂੰ 1 ਸਾਲ ਦੀ ਜਿਹੜੀ ਹੈਗੀ ਸਜ਼ਾ ਸੁਣਾਈ ਗਈ, ਪਰ ਉਸਨੇ ਉਹ ਕਰਨ ਨਹੀਂ ਛੱਡਿਆ ਜਿਸ ਲਈ ਉਹ ਬ੍ਰਿਟਿਸ਼ ਸ਼ਾਸਨ ਵਿਰੁੱਧ ਲੜਾਈ ਲੜ ਰਹੀ ਸੀ, ਠੀਕ ਹੈ ਜੀ। ਉਸਨੇ ਫਿਰ ਜਿਹੜਾ ਹੈਗਾ ਜੇਲ੍ਹ ਦੀ ਸਜ਼ਾ ਸੁਣਾਈ ਗਈ ਉਸਨੂੰ, ਠੀਕ ਹੈ ਜੀ। ਤੇ ਅੱਗੇ ਦੋਸਤੋ
ਅੱਗੇ ਲਿਖਿਆ ਹੋਇਆ ਕਿ ਸ਼ੀ ਬਿਕਮ ਐਡੀਟਰ ਆਫ ਨਿਊਜ਼ਪੇਪਰ ਇਨਕਲਾਬ, ਠੀਕ ਹੈ ਜੀ। ਯਾਨੀ ਕਿ ਦੋਸਤੋ ਕੀ ਆ ਕਿ ਬਈ ਉਹ ਜਿਹੜੀ ਸੀਗੀ ਉਹ ਇਨਕਲਾਬ ਅਖਬਾਰ ਦੀ ਜਿਹੜੀ ਹੈਗੀ ਸੰਪਾਦਕ ਬਣ ਗਈ, ਠੀਕ ਹੈ ਜੀ। ਆਫਟਰ ਦਾ ਇੰਡੀਪੈਂਡੈਂਸ ਸ਼ੀ ਬਿਕਮ ਸੋਸ਼ਲ ਵਰਕਰ, ਠੀਕ ਹੈ ਜੀ। ਆਜ਼ਾਦੀ ਤੋਂ ਬਾਅਦ ਉਹ ਸਮਾਜ ਸੇਵਿਕਾ ਬਣ ਗਈ, ਠੀਕ ਹੈ ਜੀ। ਸ਼ੀ ਫਾਊਟ ਫॉर द ਰਾਈਟ ਆਫ ਵੂਮੈਨ, ਠੀਕ ਹੈ ਜੀ। ਤਾਂ ਉਹ ਔਰਤਾਂ ਦੇ ਹੱਕਾਂ ਲਈ ਲੜਦੀ ਰਹੀ। 1992 ਸ਼ੀ ਰਿਸੀਵਡ ਨਹਿਰੂ ਅਵਾਰਡ ਫॉर ਇੰਟਰਨੈਸ਼ਨਲ ਅੰਡਰਸਟੈਂਡਿੰਗ, ਯਾਨੀ ਕਿ 1992 ਵਿੱਚ ਉਸ ਨੂੰ ਅੰਤਰਰਾਸ਼ਟਰੀ ਸਮਝਦਾਰੀ ਲਈ ਨਹਿਰੂ ਪੁਰਸਕਾਰ ਜਿਹੜਾ ਹੈਗਾ ਵਾ ਮਿਲਿਆ। ਸ਼ੀ ਪਾਸਡ ਅਵੇ ਇਨ ਜੁਲਾਈ 1996, ਯਾਨੀ ਕਿ ਦੋਸਤੋ ਉਸਦੀ ਜਿਹੜੀ ਹੈਗੀ ਆ ਜੁਲਾਈ 1996 ਵਿੱਚ ਉਸਦੀ ਮੌਤ ਹੋ ਗਈ। ਸ਼ੀ ਵਾਜ਼ ਹੋਨਰਡ ਵਿਦ ਭਾਰਤ ਰਤਨ ਪੋਸਥੀਮੋਸਲੀ, ਠੀਕ ਹੈ ਜੀ। ਯਾਨੀ ਕਿ ਦੋਸਤੋ ਉਸਨੂੰ ਮਰਨ ਉਪਰੰਤ ਭਾਰਤ ਰਤਨ ਨਾਲ ਸਨਮਾਨਿਤ ਜਿਹੜਾ ਹੈਗਾ ਵਾ ਕੀਤਾ। ਤਾਂ ਦੋਸਤੋ ਇਹ ਹੋ ਗਿਆ ਤੁਹਾਡਾ। ਹੁਣ ਅਗਲਾ ਦੋਸਤੋ ਕੀ ਹੈ ਕਿ ਦ ਟਰਾਈਬਲ, ਹਾਂਜੀ ਦ ਟਰਾਈਬਲ ਆਫ ਉੜੀਸਾ, ਯਾਨੀ ਕਿ ਉੜੀਸਾ ਦੇ ਆਦੀਵਾਸੀ। ਤਾਂ ਦੋਸਤੋ ਇਹਦਾ ਦੇਖ ਲਓ ਕੀ ਹੈ, ਹਾਂਜੀ ਆਹੀ ਰਿਹਾ ਆਪਣਾ ਪੈਰਾਗ੍ਰਾਫ ਆ, ਠੀਕ ਹੈ। ਦੇਖੋ ਦੇयर ਆਰ ਮੈਨੀ ਟਰਾਈਬਲ ਗਰੁੱਪ ਇਨ ਉੜੀਸਾ, ਯਾਨੀ ਕਿ ਉੜੀਸਾ ਵਿੱਚ ਬਹੁਤ ਸਾਰੇ ਜਿਹੜੇ ਆਦੀਵਾਸੀ ਸਮੂਹ ਹਨ। ਦੇ ਲਿਵ ਇਨ ਰਿਮੋਟ ਪਲੇਸ, ਠੀਕ ਹੈ ਜੀ। ਉਹ ਦੂਰ ਦਰਾਂਡੇ ਥਾਵਾਂ 'ਤੇ ਰਹਿੰਦੇ ਹਨ। ਸੱਚ ਗਰੁੱਪ ਲਿਵਸ ਇਨ ਦ ਫੋਰੈਸਟ ਆਫ ਕਲਹੰਦੀ। ਦਿਸ ਪੀਪਲ ਆਰ one of the most backward tribes in the world. They have a dark skin, black hair. The women wear bright colored sarees while the men wear nothing but loin cloth, ठीक है जी। मतलब दोस्तों ਇਹਦੇ ਵਿੱਚ ਇਹੀ ਹੈ ਕਿ ਇਹ ਜਿਹੜਾ ਹੈਗਾ ਵਾ ਇੱਕ ਸਮੂਹ ਜਿਹੜਾ ਹੈਗਾ ਦੋਸਤੋ ਕਾਲਾਹੰਡੀ ਦੇ ਜੰਗਲਾਂ ਵਿੱਚ ਰਹਿੰਦਾ ਹੈ। ਇਹ ਲੋਕ ਦੁਨੀਆ ਦੇ ਸਭ ਤੋਂ ਜਿਹੜੇ ਹੈਗੇ ਪਛੜੇ ਕਬੀਲਿਆਂ ਵਿੱਚੋਂ ਇੱਕ ਹਨ। ਉਹਨਾਂ ਦੀ ਚਮੜੀ ਕਾਲੀ ਅਤੇ ਦੋਸਤੋ ਕਾਲੇ ਬਾਲ ਹਨ। ਔਰਤਾਂ ਚਮਕੀਲੇ ਰੰਗ ਦੀਆਂ ਸਾੜੀਆਂ ਪਾਉਂਦੀਆਂ ਹਨ, ਜਦੋਂ ਮਰਦ ਲੰਗੋਟੀ ਤੋਂ ਇਲਾਵਾ ਕੁਝ ਨਹੀਂ ਜਿਹੜੇ ਹੈਗੇ ਪਹਿਨਦੇ ਹਨ, ਠੀਕ ਹੈ। ਅੱਗੇ ਲਿਖਿਆ ਕਿ ਦੇ ਸਟਿਲ ਬਲੀਵ ਦੈਟ ਇੰਡੀਆ ਇਜ਼ ਰੂਲਡ ਬਾਈ ਕਿੰਗ। ਦਿਸ ਪੀਪਲ ਆਰ ਇਲਿਟਰੇਟ ਐਜ਼ ਡੂ ਨਾਟ ਹੈਵ ਐਨੀ ਫੈਕਲਟੀ ਆਫ ਸਕੂਲਿੰਗ ਮੀਨਸ ਆਫ ਟਰਾਂਸਪੋਰਟੇਸ਼ਨ ਤੇ ਪ੍ਰੋਪਰ ਮੋਟੇਬਲ ਰੋਡਸ। ਐਜ਼ ਅ ਰਿਜ਼ਲਟ ਦੇ ਆਰ ਕੱਟ ਆਫ ਫਰੋਮ ਦ ਰੈਸਟ ਆਫ ਵਰਲਡ। ਦੇ ਡੂ ਨਾਟ ਹੈਵ ਐਨ ਆਈਡੀਆ ਆਫ ਕਰੰਸੀ ਨੋਟ। ਦੇ ਸਟਿਲ ਯੂਜ਼ ਬਾਰਟਰ ਸਿਸਟਮ, ਠੀਕ ਹੈ ਜੀ। ਉਹ ਅਜੇ ਵੀ ਮੰਨਦੇ ਹਨ ਕਿ ਭਾਰਤ ਵਿੱਚ ਰਾਜਿਆਂ ਦਾ ਰਾਜ ਹੈ। ਇਹ ਲੋਕ ਅਨਪੜ੍ਹ ਹਨ ਕਿਉਂਕਿ ਉਹਨਾਂ ਕੋਲ ਜਿਹੜਾ ਹੈਗਾ ਸਕੂਲੀ ਪੜ੍ਹਾਈ ਦੀ ਕੋਈ ਸਹੂਲਤ, ਆਵਾਜਾਈ ਦੇ ਸਾਧਨ ਅਤੇ ਸਹੀ ਜਿਹੜੀ ਹੈਗੀ ਆ ਮੋਟਰਾਂ ਵਾਲੀਆਂ ਸੜਕਾਂ ਨਹੀਂ ਹਨ, ਠੀਕ ਹੈ। ਨਤੀਜੇ ਵਜੋਂ ਉਹ ਬਾਕੀ ਦੁਨੀਆ ਨਾਲੋਂ ਜਿਹੜੇ ਹੈਗੇ ਕੱਟੇ ਹੋਏ ਹਨ। ਉਹਨਾਂ ਨੂੰ ਕਰੰਸੀ ਨੋਟਾਂ ਦਾ ਕੋਈ ਅੰਦਾਜ਼ਾ ਨਹੀਂ ਹੈ। ਉਹ ਅਜੇ ਵੀ ਵਾਟਰ ਸਿਸਟਮ ਦੀ ਵਰਤੋਂ ਕਰਦੇ ਹਨ, ਠੀਕ ਹੈ ਜੀ। ਤੇ ਅੱਗੇ ਦੋਸਤੋ ਆਪਣਾ ਦਾ ਯੂਜ਼ਲੀ live in a group. Each group has a common property. They cure diseases with herbs and set bones by rubbing oils. The government should launch a scheme to educate them and bring them to the mainstream of the nation, ਠੀਕ ਹੈ ਜੀ। ਤਾਂ ਮਤਲਬ ਦੋਸਤੋ ਇਹਦੇ ਵਿੱਚ ਇਹੀ ਹੈ ਕਿ ਉਹ ਆਮ ਤੌਰ 'ਤੇ ਸਮੂਹਾਂ ਵਿੱਚ ਰਹਿੰਦੇ ਹਨ। ਹਰ ਇੱਕ ਸਮੂਹ ਵਿੱਚ ਸਾਂਝੀ ਜਾਇਦਾਦ ਹੁੰਦੀ ਹੈ। ਇਹ ਜੜੀ ਬੂਟੀਆਂ ਨਾਲ ਬਿਮਾਰੀਆਂ ਦਾ ਇਲਾਜ ਕਰਦੇ ਹਨ ਅਤੇ ਤੇਲ ਰਗੜ ਕੇ ਹੱਡੀਆਂ ਨੂੰ ਸੈੱਟ ਕਰਦੇ ਹਨ। ਸਰਕਾਰ ਨੂੰ ਉਹਨਾਂ ਨੂੰ ਜਿਹੜਾ ਹੈਗਾ ਸਿੱਖਿਅਤ ਕਰਨ ਅਤੇ ਦੇਸ਼ ਦੀ ਜਿਹੜੀ ਹੈਗੀ ਮੁੱਖ ਧਾਰਾ ਵਿੱਚ ਲਿਆਉਣ ਲਈ ਸਕੀਮਾਂ ਸ਼ੁਰੂ ਕਰਨੀਆਂ ਚਾਹੀਦੀਆਂ ਹਨ, ਠੀਕ ਹੈ। ਤਾਂ ਇਹ ਹੋ ਗਿਆ। ਹੁਣ ਦੋਸਤੋ ਆਪਣਾ ਇਸ ਤੋਂ ਬਾਅਦ ਅਗਲਾ ਕੀ ਹੈ, ਅਗਲਾ ਹੈਗਾ ਦੋਸਤੋ ਅਪੋਲੋਜਾਈਂਗ ਫॉर ਨਾਟ ਅਟੈਂਡਿੰਗ ਦਾ ਬਰਥਡੇ ਪਾਰਟੀ। ਤਾਂ ਦੋਸਤੋ ਇਸ ਦਾ ਵੀ ਦੇਖ ਲੈਂਦੇ ਹਾਂ। ਤਾਂ ਦੇਖੋ ਦੋਸਤੋ ਰਾਈਟ ਅ ਲੈਟਰ ਟੂ ਫਰੈਂਡ ਅਪੋਲੋਜਾਈਂਗ ਫॉर ਨਾਟ ਅਟੈਂਡਿੰਗ ਹਿਜ਼ ਬਰਥਡੇ ਪਾਰਟੀ। ਤਾਂ ਦੋਸਤੋ ਦੇਖੋ ਇਸ ਦਾ ਆਂਸਰ ਤੁਸੀਂ ਇਸ ਪ੍ਰਕਾਰ ਕੁਛ ਲਿਖਣਾ ਵਾ, ਲੈਟਰ ਆ, ਠੀਕ ਹੈ ਜੀ। ਆਂਸਰ ਇਹਦਾ ਦੇਖ ਲਓ ਦੋਸਤੋ ਅਸੀਂ ਲੱਭਿਆ ਹੋਇਆ ਵਾ। ਤਾਂ ਸਭ ਤੋਂ ਪਹਿਲਾਂ ਦੋਸਤੋ ਇੱਥੇ ਤੁਸੀਂ ਜਿਹੜਾ ਹੈਗਾ ਪਲੇਸ ਯਾਨੀ ਕਿ ਆਪਣਾ ਸ਼ਹਿਰ ਦਾ ਨਾਮ ਲਿਖ ਦਿਓ ਅਤੇ ਡੇਟ ਪਾ ਦਿਓ, ਠੀਕ ਹੈ ਜੀ। ਤਾਂ ਡੀਅਰ ਜਿਸ ਨੂੰ ਤੁਸੀਂ ਲਿਖ ਰਹੇ ਹੋ ਉਸ ਦਾ ਨਾਮ ਲਿਖ ਦਿਓ, ਡੀਅਰ ਸੰਦੀਪ। ਅਤੇ ਹਾਈ ਹਾਊ ਆਰ ਯੂ, ਠੀਕ ਹੈ ਜੀ। ਹੈਲੋ ਤੁਸੀਂ ਕਿਵੇਂ ਹੋ, ਠੀਕ ਹੈ। ਅਤੇ ਅੱਗੇ ਲਿਖਿਆ ਕਿ ਆਈ ਐਮ ਫਾਈਨ, ਆਈ ਹੋਪ ਹਾਊ ਆਰ ਯੂ, ਆਈ ਐਮ ਫਾਈਨ, ਆਈ ਹੋਪ ਯੂ ਆਰ ਫਾਈਨ ਟੂ, ਆਈ ਐਮ ਸੌਰੀ ਫॉर ਨਾਟ ਅਟੈਂਡਿੰਗ ਯੂਅਰ ਬਰਥਡੇ ਪਾਰਟੀ ਲਾਸਟ ਵੀਕ, ਠੀਕ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਠੀਕ ਹੋਵੋਗੇ। ਮੈਨੂੰ ਪਿਛਲੇ ਹਫ਼ਤੇ ਤੁਹਾਡੀ ਜਨਮ ਦਿਨ ਵਿੱਚ ਪਾਰਟੀ ਵਿੱਚ ਸ਼ਾਮਿਲ ਨਾ ਹੋਣ ਦੇ ਲਈ ਅਫਸੋਸ ਹੈ, ਠੀਕ ਹੈ। ਆਈ ਹੈਡ ਮਾਈ ਫਾਈਨਲ ਐਗਜ਼ਾਮ ਲਾਸਟ ਵੀਕ ਸੋ ਆਈ ਕੁਡ ਨਾਟ ਮੇਕ ਇਟ that day. My sincere apologize for that. I wish for all good things in your life, all your dreams may come true, and I promise you next time I will definitely attend your birthday party. We will take a lot of pics together and I will eat the big piece of your birthday cake. Once again sorry for not coming. Never forget I always love you, ਠੀਕ ਹੈ ਜੀ। ਮਤਲਬ ਦੋਸਤੋ ਇਹਦੇ ਵਿੱਚ ਆਹੀ ਆ ਕਿ ਮੈਨੂੰ ਅਫਸੋਸ ਹੈ ਕਿ ਮੈਂ ਪਿਛਲੇ ਹਫ਼ਤੇ ਜਿਹੜੇ ਹੈਗੇ ਨੇ ਮਤਲਬ ਮੈਨੂੰ ਅਫਸੋਸ ਹੈ ਕਿ ਮੈਂ ਤੇਰੀ ਬਰਥਡੇ ਪਾਰਟੀ ਦੇ ਵਿੱਚ ਨਹੀਂ ਆ ਸਕਿਆ। ਪਿਛਲੇ ਹਫ਼ਤੇ ਮੇਰੀਆਂ ਜਿਹੜੀਆਂ ਅੰਤਿਮ ਪ੍ਰੀਖਿਆਵਾਂ ਸਨ, ਇਸ ਲਈ ਜਿਹੜਾ ਹੈਗਾ ਵਾ ਮੈਂ ਉਸ ਦਿਨ ਨਹੀਂ ਜਿਹੜਾ ਹੈਗਾ ਵਾ ਆ ਸਕਿਆ। ਉਸ ਲਈ ਮੇਰੀ ਦਿਲੋਂ ਤੋਂ ਮਾफ़ੀ ਮੰਗਦਾ ਹਾਂ। ਮੈਂ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਹੀ ਚੰਗੀਆਂ ਚੀਜ਼ਾਂ ਦੀ ਕਾਮਨਾ ਕਰਦਾ ਹਾਂ। ਤੁਹਾਡੇ ਸਾਰੇ ਸੁਪਨੇ ਜਿਹੜੇ ਹੈਗੇ ਸਾਕਾਰ ਹੋਣ ਅਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਅਗਲੇ ਵਾਰ ਮੈਂ ਤੁਹਾਡੇ ਜਨਮ ਦਿਨ ਵਿੱਚ ਜ਼ਰੂਰ ਹਾਜ਼ਰ ਹੋਵਾਂਗਾ। ਪਾਰਟੀ ਵਿੱਚ ਅਸੀਂ ਇੱਕ ਬਹੁਤ ਸਾਰੀਆਂ ਪਾਰਟੀ ਦੇ ਵਿੱਚ ਹਾਜ਼ਰ ਹੋਵਾਂਗਾ, ਠੀਕ ਹੈ। ਅਸੀਂ ਇਕੱਠੇ ਬਹੁਤ ਸਾਰੀਆਂ ਤਸਵੀਰਾਂ ਲਵਾਂਗੇ ਅਤੇ ਮੈਂ ਤੁਹਾਡੇ ਜਨਮ ਦਿਨ ਦੇ ਕੇਕ ਦਾ ਵੱਡਾ ਟੁਕੜਾ ਖਾਵਾਂਗਾ। ਨਾ ਆਉਣ ਲਈ ਮੈਂ ਜਿਹੜਾ ਹੈਗਾ ਫਿਰ ਤੋਂ ਅਫਸੋਸ ਕਰਦਾ ਹਾਂ। ਕਦੇ ਨਾ ਭੁੱਲੋ, ਮੈਂ ਤੁਹਾਨੂੰ ਜਿਹੜਾ ਹੈਗਾ ਹਮੇਸ਼ਾ ਪਿਆਰ ਕਰਦਾ
हाँ ठीक है जी। तो यूअर लविंगली यानी कि तेरा प्यार ਤੁਹਾਡਾ ਨਾਮ ਇੱਥੇ ਤੁਸੀਂ ਲਿਖ ਦੇਣਾ ਵਾ। ਠੀਕ ਹੈ ਜੀ। ਤਾਂ ਇਸ ਦਾ ਆਨਸਰ ਤੁਸੀਂ ਕੁਝ ਇਸ ਪ੍ਰਕਾਰ ਲਿਖ ਸਕਦੇ ਹੋ। ਠੀਕ ਹੈ ਜੀ। ਤੇ ਹੁਣ ਦੋਸਤੋ ਆਪਣਾ ਇੱਥੇ ਦੋਸਤੋ ਕੀ ਲਿਖਿਆ ਹੋਇਆ ਵਾ ਯੂਅਰ ਲਵਲੀ, ਬਸ ਇੱਥੇ ਤੱਕ ਲਿਖ ਦਿਓ ਦੋਸਤੋ, ਆਹ ਰਹਿਣ ਦਿਓ। ਠੀਕ ਹੈ ਜੀ। ਐਵੇਂ ਲਿਖਿਆ ਹੋਇਆ ਵਾ, ਬਸ ਤੁਸੀਂ ਇੱਥੇ ਤੱਕ ਆਨਸਰ ਜਿਹੜਾ ਹੈਗਾ ਆਪਣਾ ਲਿਖ ਦਿਓ। ਅੱਗੇ ਦੋਸਤੋ ਆਪਣਾ ਲੈਟਰ ਟੂ ਬ੍ਰਦਰ ਔਨ ਹਿਜ਼ ਬੈਡ ਪਰਫਾਰਮੈਂਸ। ਠੀਕ ਹੈ ਜੀ। ਤਾਂ ਇਹਦਾ ਆਨਸਰ ਦੇਖ ਲਓ ਦੋਸਤੋ, ਇਹਦਾ ਵੀ ਅਸੀਂ ਲੱਭਿਆ ਹੋਇਆ ਵਾ ਲੈਟਰ ਟੂ ਬ੍ਰਦਰ ਔਨ ਹਿਜ਼ ਬੈਡ ਪਰਫਾਰਮੈਂਸ 9th ਕਲਾਸ। ਤਾਂ ਦੇਖੋ ਦੋਸਤੋ ਇਸ ਦਾ ਆਨਸਰ ਤੁਸੀਂ ਇਸ ਪ੍ਰਕਾਰ ਕੁਛ ਲਿਖ ਸਕਦੇ ਹੋ। ਦੇਖੋ ਕੀ ਹੈ ਐਕਸਪਲੇਨੇਸ਼ਨ 2। ਠੀਕ ਹੈ ਜੀ। ਤਾਂ ਦੇਖੋ ਦੋਸਤੋ ਯੂਅਰ ਬ੍ਰਦਰ ਨੇਮ। ਠੀਕ ਹੈ, ਇੱਥੇ ਤਾਂ ਤੁਸੀਂ ਆਪਣੇ ਬ੍ਰਦਰ ਦਾ ਜਿਹੜਾ ਹੈਗਾ ਨਾਮ ਲਿਖ ਦਿਓ, ਕੁਛ ਵੀ ਸੰਦੀਪ, ਮਹੇਸ਼। ਇੱਥੇ ਐਡਰੈਸ ਲਿਖ ਦਿਓ ਦੋਸਤੋ ਲੁਧਿਆਣਾ, ਪੰਜਾਬ, ਇਸ ਤਰ੍ਹਾਂ ਦਾ। ਅਤੇ ਡੇਟ ਪਾ ਦਿਓ ਜਿਹੜੇ ਡੇਟ ਨੂੰ ਤੁਸੀਂ ਮਤਲਬ ਐਗਜ਼ਾਮ ਦੇ ਰਹੇ ਹੋ। ਠੀਕ ਹੈ ਜੀ। ਉਸ ਦਿਨ ਜਿਹੜਾ ਵੀ ਡੇਟ ਹੋਇਆ, ਜਿਵੇਂ ਕਿ 7 ਮਾਰਚ 2023 ਪਾ ਦਿਓ। ਅਤੇ ਡੀਅਰ ਨੇਮ ਉੱਥੇ ਮਤਲਬ ਡੀਅਰ ਸੰਦੀਪ ਮਹੇਸ਼ ਜੋ ਆਉਣਾ ਤੁਸੀਂ ਲਿਖ ਦਿਓ। ਹਾਊ ਆਰ ਯੂ, ਆਈ ਐਮ ਅ ਫਾਈਨ, ਆਈ ਹੇਅਰ ਦੈਟ ਯੂ ਹੈਵ ਬੀਨ ਡੂਇੰਗ ਅ ਬੈਡ ਪਰਫਾਰਮੈਂਸ ਲਿਟਲੀ। ਹਾਂਜੀ ਲਿਟਲੀ ਕੀ ਲਿਖਿਆ ਹੋਇਆ ਦੋਸਤੋ ਇੱਥੇ, ਲਿਟਲੀ ਰਿਮੈਂਬਰ ਦੈਟ ਯੂ ਇਨ 9th grade and you may fail in exam if you badly, so please try to concentrate hard on your studies, leave all the fun behind, whatever I say is for your own good, please take your study seriously। ਮਤਲਬ ਦੋਸਤੋ ਇਹ ਕਿ ਤੁਸੀਂ ਕਿਵੇਂ ਹੋ, ਮੈਂ ਠੀਕ ਹਾਂ। ਠੀਕ ਹੈ ਜੀ। ਅਤੇ ਮੈਂ ਸੁਣਿਆ ਹੈ ਕਿ ਤੁਸੀਂ ਹਾਲ ਹੀ ਵਿੱਚ ਜਿਹੜਾ ਹੈਗਾ ਵਾ ਇੱਕ ਮਾੜਾ ਪ੍ਰਦਰਸ਼ਨ ਕਰ ਰਹੇ ਹੋ। ਯਾਦ ਰੱਖੋ ਕਿ ਤੁਸੀਂ 9ਵੀਂ ਜਮਾਤ ਵਿੱਚ ਪੜ੍ਹਦੇ ਹੋ ਅਤੇ ਤੁਸੀਂ ਇਮਤਿਹਾਨ ਵਿੱਚ ਫੇਲ ਹੋ ਸਕਦੇ ਹੋ। ਜੇਕਰ ਤੁਸੀਂ ਬੁਰੀ ਤਰ੍ਹਾਂ ਜਿਹੜਾ ਹੈਗਾ ਵਾ ਬੁਰੀ ਤਰ੍ਹਾਂ ਇਹ ਕਰਦੇ ਹੋ ਤਾਂ ਕਿਰਪਾ ਕਰਕੇ ਆਪਣੀ ਜਿਹੜੀ ਹੈਗਾ ਪੜ੍ਹਾਈ 'ਤੇ ਧਿਆਨ ਕੇਂਦਰਿਤ ਕਰਨ ਦੀ ਕੋਸ਼ਿਸ਼ ਕਰੋ। ਮੈਂ ਵੀ ਕਹਾਂਗਾ ਕਿ ਉਸ ਜਿਹੜਾ ਹੈਗਾ ਉਸ ਪਿੱਛੇ ਸਾਰਾ ਮਜ਼ਾ ਜਿਹੜਾ ਹੈਗਾ ਤੁਹਾਡੇ ਲਈ ਹੈ। ਠੀਕ ਹੈ, ਮੈਂ ਕਹਾਂਗਾ ਕਿ ਉਸ ਪਿੱਛੇ ਜਿਹੜਾ ਹੈਗਾ ਸਾਰਾ ਮਜ਼ਾ ਤੁਹਾਡੇ ਲਈ ਹੈ। ਆਪਣੀ ਚੰਗੀ ਜਿਹੜਾ ਹੈਗਾ ਕਿਰਪਾ ਕਰਕੇ ਆਪਣੀ ਪੜ੍ਹਾਈ ਨੂੰ ਗੰਭੀਰਤਾ ਨਾਲ ਲਓ। ਤੁਹਾਡਾ ਜਿਹੜਾ ਹੈਗਾ ਪਿਆਰਾ ਭਰਾ। ਠੀਕ ਹੈ ਜੀ। ਯੂਅਰ ਲਵਿੰਗ ਬ੍ਰਦਰ, ਇੱਥੇ ਤੁਸੀਂ ਆਪਣਾ ਨਾਮ ਲਿਖ ਦੇਣਾ ਵਾ। ਤਾਂ ਇਸ ਦਾ ਆਨਸਰ ਕਰ ਦੋਸਤੋ ਤੁਸੀਂ ਲਿਖ ਸਕਦੇ ਹੋ। ਅਤੇ ਇੱਥੇ ਦੋਸਤੋ ਤੁਹਾਡਾ ਇਹ ਜਿਹੜਾ ਪੇਪਰ ਸੀਗਾ ਸੀ ਪੂਰਾ ਹੀ ਸੋਲਵ ਹੋ ਗਿਆ ਵਾ। ਇਸ ਤੋਂ ਬਾਅਦ ਦੋਸਤੋ ਜਿਹੜਾ ਹੈਗਾ ਗੁੱਡ ਹੈਂਡ ਰਾਈਟਿੰਗ ਲਈ 5 ਮਾਰਕਸ ਮਿਲ ਜਾਣਗੇ ਅਗਰ ਤੁਹਾਡੀ ਸੁੰਦਰ ਲਿਖਾਈ ਹੋਈ ਤਾਂ। ਇਸ ਤੋਂ ਬਾਅਦ ਦੋਸਤੋ ਕੁਛ ਵੀ ਨਹੀਂ ਹੈ। ਇਸ ਤੋਂ ਬਾਅਦ ਦੋਸਤੋ ਸਾਰਾ ਹੀ ਇਹ ਪੇਪਰ ਸੋਲਵ ਹੋ ਗਿਆ ਵਾ, ਜੋ ਕਿ ਕਲਾਸ 9th ਦਾ ਇੱਕ ਸੈਂਪਲ ਪੇਪਰ ਸੀਗਾ, ਜੋ ਕਿ ਅਸੀਂ ਪੂਰਾ ਸੋਲਵ ਕਰ ਲਿਆ ਵਾ ਇੰਗਲਿਸ਼ ਦਾ। ਠੀਕ ਹੈ ਜੀ। ਅਤੇ ਦੋਸਤੋ ਬਸ ਆਹੀ ਸੀਗਾ। ਬਾਕੀ ਅਗਰ ਤੁਹਾਡੀ ਕੋਈ ਕੁਐਰੀ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦੇ ਹੋ। ਇੰਸਟਾ ਆਈ ਡੀ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਵਾ।